ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਸਟੱਡੀ ਦੇ ਵਿੱਚ। ਸੋ ਹਾਜ਼ਰ ਹਾਂ ਤੁਹਾਡੇ ਲਈ ਆਪਣੀ ਅੱਜ ਦੀ ਕਲਾਸ ਲੈ ਕੇ। ਸਾਇੰਸ ਇਨ ਪੰਜਾਬੀ ਤੇ ਇੰਗਲਿਸ਼ ਦੋਨਾਂ ਦੇ ਵਿੱਚ ਹੁੰਦੀ ਹੈਗੀ ਆਪਣੀ ਸਾਇੰਸ। NCERT 6ਵੀਂ ਤੋਂ 8ਵੀਂ ਤੱਕ ਆਪਾਂ ਨੇ ਸਾਇੰਸ ਦਾ ਸਿਲੇਬਸ ਸਟਾਰਟ ਕੀਤਾ ਹੋਏਗਾ, ਜੋ ਕਿ CTET, PSTET, HTET ਤੇ ਵਾਰਡ ਅਟੈਂਡੈਂਟ ਜਾਂ ਇਸ ਤੋਂ ਬਿਨਾਂ ਹੋਰ ਵੀ ਜਿਹੜੇ ਪੇਪਰਾਂ ਦੇ ਵਿੱਚ ਸਾਇੰਸ ਦੇ ਤੁਹਾਡੇ ਕੁਐਸਚਨ ਪੁੱਛੇ ਜਾਂਦੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਇਹ ਕੰਮ ਆਏਗਾ। 6ਵੀਂ ਤੋਂ 8ਵੀਂ ਤੱਕ ਆਪਾਂ ਸਾਇੰਸ ਕਰਨ ਜਾ ਰਹੇ ਹਾਂ NCERT ਦੀ, ਠੀਕ ਹੈ। ਪੰਜਾਬੀ ਦੇ ਵਿੱਚ ਹੋਏਗੀ, ਨਾਲ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੋਏਗਾ, ਤੁਸੀਂ ਉਸ ਨੂੰ ਵੀ ਦੇਖ ਸਕਦੇ ਹੋ। ਅਤੇ ਜੇਕਰ ਟਾਈਮ ਮਿਲਿਆ ਤਾਂ ਆਪਾਂ ਇਸ ਤੋਂ ਬਾਅਦ 9ਵੀਂ ਕਲਾਸ ਨੂੰ ਵੀ ਸਟਾਰਟ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ 6ਵੀਂ ਤੋਂ 8ਵੀਂ ਤੱਕ ਦਾ ਆਪਾਂ ਲੈ ਕੇ ਚੱਲੇ ਹੋਏ ਹਾਂ, ਠੀਕ ਹੈ। ਜੇਕਰ ਤੁਸੀਂ ਪਹਿਲੀ ਵਾਰ ਇਸ ਵੀਡੀਓ ਦੇ ਜ਼ਰੀਏ ਆਪਣੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਹੁਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਅਤੇ ਨਾਲ ਹੀ ਤੁਸੀਂ ਨੇ ਜਿਹੜਾ ਬੈਲ ਆਈਕਨ ਬਣਿਆ ਹੁੰਦਾ ਹੈਗਾ ਉਸ ਨੂੰ ਪ੍ਰੈਸ ਕਰ ਲੈਣਾ ਹੈਗਾ, ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਉੱਥੇ ਮਿਲਦੀ ਰਹੇਗੀ, ਠੀਕ ਹੈ। ਤਾਂ ਉਸ ਤੋਂ ਬਾਅਦ ਦੇਖੋ 6ਵੀਂ ਕਲਾਸ ਆਪਾਂ ਨੇ ਸਟਾਰਟ ਕੀਤੀ ਹੋਈ ਹੈ। ਇਸ ਦਾ ਦੂਜਾ ਚੈਪਟਰ ਹੈ, ਪਹਿਲਾ ਇਸ ਦਾ ਹੋ ਚੁੱਕਾ ਹੈ, ਠੀਕ ਹੈ। ਚੈਪਟਰ ਦਾ ਨਾਮ ਹੈਗਾ ਭੋਜਨ ਦੇ ਤੱਤ ਜਾਂ ਭੋਜਨ ਦੇ ਘਟਕ ਕਹਿ ਸਕਦੇ ਹਾਂ ਇਸ ਨੂੰ, ਕੰਪੋਨੈਂਟਸ ਆਫ ਫੂਡ, ਠੀਕ ਹੈ। ਇਹਨਾਂ ਪੇਪਰਾਂ ਦੇ ਵਿੱਚ ਇਹ ਕੰਮ ਆਏਗੀ। ਤਾਂ ਉਸ ਤੋਂ ਬਾਅਦ ਦੇਖੋ ਅੱਗੇ ਵੱਧਦੇ ਹਾਂ ਪਾਠ ਦੇ ਵੱਲ। ਅੱਜ ਦੇ ਵੱਲ ਅਸੀਂ ਜਾਣਦੇ ਹਾਂ ਕਿ ਹਰ ਪਕਵਾਨ ਇੱਕ ਤੋਂ ਵੱਧ ਤਰ੍ਹਾਂ ਦੀ ਕੱਚੀ ਸਮੱਗਰੀ ਤੋਂ ਬਣਿਆ ਹੁੰਦਾ ਹੈਗਾ, ਠੀਕ ਹੈ। ਜਿਹੜਾ ਵੀ ਆਪਣਾ ਭੋਜਨ ਪਦਾਰਥ ਹੁੰਦਾ ਹੈਗਾ ਇੱਕ ਤੋਂ ਵੱਧ ਕੱਚੇ ਮਟੀਰੀਅਲ ਤੋਂ ਬਣਿਆ ਹੁੰਦਾ ਹੈਗਾ। ਜਿਵੇਂ ਕਿ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਦੱਸਿਆ ਸੀਗਾ ਕਿ ਰੋਟੀ ਨੂੰ ਬਣਾਉਣ ਦੇ ਲਈ ਆਪਾਂ ਨੂੰ ਆਟਾ ਚਾਹੀਦਾ, ਪਾਣੀ ਚਾਹੀਦਾ, ਠੀਕ ਹੈ। ਜਾਂ ਦਾਲ ਬਣਾਉਣ ਦੇ ਲਈ ਆਪਾਂ ਨੂੰ ਪਾਣੀ ਚਾਹੀਦਾ, ਮਸਾਲੇ ਚਾਹੀਦੇ ਨੇ ਅਤੇ ਦਾਲ ਚਾਹੀਦੀ ਹੈਗੀ, ਜਿਹੜੇ ਉਸ 'ਤੇ ਬੀਜ ਹੁੰਦੇ ਨੇਗੇ, ਠੀਕ ਹੈ। ਇਸ ਤਰ੍ਹਾਂ ਆਪਾਂ ਨੂੰ ਕੱਚੀ ਸਮੱਗਰੀ ਚਾਹੀਦੀ ਹੁੰਦੀ ਹੈ ਭੋਜਨ ਬਣਾਉਣ ਵਾਸਤੇ, ਠੀਕ ਹੈ, ਜੋ ਸਾਨੂੰ ਪੌਦਿਆਂ ਜਾਂ ਜੰਤੂਆਂ ਤੋਂ ਮਿਲਦੀ ਹੈ, ਠੀਕ ਹੈ। ਪੌਦਿਆਂ ਤੋਂ, ਜਿਵੇਂ ਕਿ ਕੋਈ ਆਪਾਂ ਦੁੱਧ ਵੀ ਆਪਾਂ ਵਰਤਦੇ ਹਾਂ ਕਿਸੇ ਭੋਜਨ ਦੇ ਵਿੱਚ, ਠੀਕ ਹੈ, ਉਹ ਆਪਾਂ ਨੂੰ ਜੰਤੂਆਂ ਤੋਂ ਮਿਲਦਾ ਹੈਗਾ। ਜਾਂ ਕੁਛ ਵੀ ਆਪਾਂ ਭੋਜਨ ਬਣਾਉਂਦੇ ਹਾਂ ਉਹ ਜੰਤੂਆਂ ਅਤੇ ਪੌਦਿਆਂ ਦੋਨਾਂ ਤੋਂ ਆਪਾਂ ਨੂੰ ਮਿਲਦਾ ਹੈਗਾ, ਠੀਕ ਹੈ। ਇਸ ਕੱਚੀ ਸਮੱਗਰੀ ਵਿੱਚ ਸਾਡੇ ਸਰੀਰ ਲਈ ਕੁਝ ਜ਼ਰੂਰੀ ਅੰਸ਼ ਹੁੰਦੇ ਹਨ, ਜਿਹੜੇ ਆਪਾਂ ਕੱਚਾ ਮਟੀਰੀਅਲ ਆਪਣੇ ਭੋਜਨ ਦੇ ਲਈ ਵਰਤਦੇ ਹਾਂ, ਠੀਕ ਹੈ। ਇਸ ਦੇ ਵਿੱਚ ਜਿਹੜੇ ਜ਼ਰੂਰੀ ਅੰਸ਼ ਹੁੰਦੇ ਨੇਗੇ ਜੋ ਕਿ ਆਪਣੀ ਬਾਡੀ ਨੂੰ ਚਾਹੀਦੇ ਹੁੰਦੇ ਨੇ, ਠੀਕ ਹੈ। ਇਹਨਾਂ ਅੰਸ਼ਾਂ ਨੂੰ ਅਸੀਂ ਪੋਸ਼ਕ ਤੱਤ ਕਹਿੰਦੇ ਹਾਂ, ਜਿਹੜੇ ਕਿ ਇਸ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਪੋਸ਼ਕ ਤੱਤ ਕਹਿੰਦੇ ਆ। ਇਹ ਪੋਸ਼ਕ ਤੱਤ ਹਨ, ਠੀਕ ਹੈ, ਉਹਨਾਂ ਦੇ ਨਾਮ ਨੇ ਜਿਹੜੇ ਪੋਸ਼ਕ ਤੱਤ ਇਸ ਦੇ ਵਿੱਚ ਹੁੰਦੇ ਨੇ: ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਲੂਣ, ਠੀਕ ਹੈ। ਇਸ ਤੋਂ ਇਲਾਵਾ ਰੇਸ਼ੇ ਅਤੇ ਪਾਣੀ ਵੀ ਇਸ ਦੇ ਵਿੱਚ ਮੌਜੂਦ ਹਨ। ਮਤਲਬ ਕਿ ਜਿਹੜਾ ਆਪਣਾ ਭੋਜਨ ਹੁੰਦਾ ਆਪਾਂ ਡੇਲੀ ਖਾਂਦੇ ਹਾਂ ਉਸ ਦੇ ਵਿੱਚ ਇਹ ਸਾਰੇ ਜਿਹੜੇ ਕੰਪੋਨੈਂਟਸ ਨੇ ਇਹ ਮਿਲੇ ਹੋਏ ਹੁੰਦੇ ਨੇ ਭੋਜਨ ਦੇ ਵਿੱਚ, ਜੋ ਕਿ ਆਪਾਂ ਨੂੰ ਬਾਡੀ ਦੇ ਲਈ ਚਾਹੀਦੇ ਨੇ, ਠੀਕ ਹੈ। ਇਹਨਾਂ ਸਾਰਿਆਂ ਦੇ ਅਲੱਗ ਅਲੱਗ ਕਾਰਜ ਨੇ ਜੋ ਕਿ ਆਪਣੇ ਸਰੀਰ ਦੇ ਵਿੱਚ ਇਹ ਕਰਦੇ ਨੇ। ਕੋਈ ਊਰਜਾ ਦਿੰਦਾ ਹੈਗਾ, ਕੋਈ ਗਰੋਥ ਕਰਦਾ ਆਪਣੀ ਬਾਡੀ ਦੀ, ਠੀਕ ਹੈ, ਅਤੇ ਕੋਈ ਬਿਮਾਰੀਆਂ ਨੂੰ ਦੂਰ ਰੱਖਦਾ ਹੈਗਾ, ਫਾਈਟ ਕਰਦਾ ਬਿਮਾਰੀਆਂ ਦੇ ਨਾਲ, ਠੀਕ ਹੈ। ਇਸ ਤਰ੍ਹਾਂ ਇਹ ਕਾਰਜ ਕਰਦੇ ਨੇ। ਇਸ ਤੋਂ ਨੀਚੇ ਦੇਖੋ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਦੱਸ ਦਿੰਦੇ ਹਾਂ। ਵੈਸੇ ਤੁਸੀਂ ਆਪਣੇ ਆਪ ਵੀ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਨੋਟਸ ਬਣਾ ਸਕਦੇ ਹੋ ਨਾਲ ਦੀ ਨਾਲ, ਅਤੇ ਜੋ ਬੱਚੇ ਇੰਗਲਿਸ਼ ਵਾਲੇ ਨੇ ਉਹ ਨਾਲ ਦੀ ਨਾਲ ਇਸ ਨੂੰ ਨੋਟ ਕਰ ਸਕਦੇ ਨੇ। ਵੀ ਨੋ ਦੈਟ ਐਵਰੀ ਡਿਸ਼ ਇਜ਼ ਮੇਡ ਫਰੋਮ ਮੋਰ ਦੈਨ ਵਨ ਟਾਈਪ ਆਫ ਰਾ ਮਟੀਰੀਅਲ, ਠੀਕ ਹੈ, ਦੈਟ ਗਿਵਸ ਅਸ ਫਾਊਂਡ ਇਨ ਪਲਾਂਟਸ ਔਰ ਐਨੀਮਲਸ, ਠੀਕ ਹੈ। ਪਲਾਂਟਸ ਅਤੇ ਐਨੀਮਲਸ ਤੋਂ ਆਪਾਂ ਨੂੰ ਇਹ ਮਿਲਦੀ ਹੈ। ਦਿਸ ਰਾ ਮਟੀਰੀਅਲ ਕੰਟੇਨਸ ਸਮ ਐਸੈਂਸ਼ੀਅਲ ਐਲੀਮੈਂਟਸ ਫਾਰ ਆਵਰ ਬੋਡੀ। ਦੀਜ਼ ਅਸੈਂਸ਼ੀਅਲ ਨਿਊਟਰੈਂਟਸ ਆਰ ਕਾਲਡ ਨਿਊਟ੍ਰੀਐਂਟਸ, ਠੀਕ ਹੈ। ਦੀਜ਼ ਆਰ, ਇਹ ਹਨ ਕਾਰਬੋਹਾਈਡਰੇਟਸ, ਫੈਟਸ, ਪ੍ਰੋਟੀਨਸ, ਵਿਟਾਮਿਨਸ ਐਂਡ ਮਿਨਰਲ ਸਾਲਟਸ, ਠੀਕ ਹੈ। ਦੇਅਰ ਇਜ਼ ਆਲਸੋ ਫਾਈਬਰ ਐਂਡ ਵਾਟਰ, ਫਾਈਬਰ ਅਤੇ ਵਾਟਰ ਇਸ ਦੇ ਵਿੱਚ ਮਿਲੇ ਹੁੰਦੇ ਨੇਗੇ। ਉਸ ਤੋਂ ਬਾਅਦ ਦੇਖੋ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਕਾਰਜ ਦੀ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਆਪਣੇ ਜਿਹੜਾ ਫੂਡ ਹੁੰਦਾ ਹੈਗਾ ਉਸ ਦੇ ਵਿੱਚ ਇਹ ਸਾਰੇ ਕੰਪੋਨੈਂਟ ਹੁੰਦੇ ਨੇ, ਠੀਕ ਹੈ। ਉਹ ਜਿਹੜੇ ਕੰਪੋਨੈਂਟ ਹੁੰਦੇ ਨੇ ਉਹ ਕੀ ਕਾਰਜ ਕਰਦੇ ਨੇ। ਉਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੀ ਘਾਟ ਦੇ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਠੀਕ ਹੈ, ਅਤੇ ਇਹਨਾਂ ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ ਕਿ ਆਪਣੇ ਭੋਜਨ ਦੇ ਵਿੱਚ ਕਿਹੜਾ ਮਟੀਰੀਅਲ ਹੈਗਾ ਇਸ ਦੇ ਵਿੱਚੋਂ, ਠੀਕ ਹੈ। ਤਾਂ ਪਹਿਲਾਂ ਆਪਾਂ ਇਹਨਾਂ ਦੇ ਵਰਕ ਦੇਖ ਲੈਂਦੇ ਹਾਂ, ਕਿਹੜੇ ਕਿਹੜੇ ਕਾਰਜ ਹੁੰਦੇ ਨੇਗੇ ਇਹ ਭੋਜਨ ਦੇ ਕੰਪੋਨੈਂਟਸ ਦੇ। ਕਾਰਬੋਹਾਈਡਰੇਟ ਤੋਂ ਸਾਡੇ ਸਰੀਰ ਨੂੰ ਮੁੱਖ ਰੂਪ ਦੇ ਵਿੱਚ ਊਰਜਾ ਮਿਲਦੀ ਹੈਗੀ, ਠੀਕ ਹੈ। ਜਿਹੜਾ ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਣੇ ਸਰੀਰ ਦੇ ਵਿੱਚ ਊਰਜਾ ਕਿੱਥੋਂ ਆਉਂਦੀ ਹੈ, ਉਹ ਕਾਰਬੋਹਾਈਡਰੇਟ ਤੋਂ ਆਉਂਦੀ ਹੈ, ਠੀਕ ਹੈ। ਕਾਰਬੋਹਾਈਡਰੇਟਸ ਆਰ ਦਾ ਮੇਨ ਸੋਰਸ ਆਫ ਐਨਰਜੀ ਫਾਰ ਆਵਰ ਬੋਡੀ, ਠੀਕ ਹੈ। ਮੁੱਖ ਸਰੋਤ ਨੇਗੇ ਆਪਣੇ ਸਰੀਰ ਦੇ ਵਿੱਚ ਜਿਹੜਾ ਊਰਜਾ ਦਾ। ਇਹ ਚਰਬੀ ਤੋਂ ਵੀ ਸਾਨੂੰ ਊਰਜਾ ਮਿਲਦੀ ਹੈ, ਕਿ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਚਰਬੀ ਤੋਂ ਵੀ। ਚਰਬੀ ਅਤੇ ਕਾਰਬੋਹਾਈਡਰੇਟ, ਚਰਬੀ ਨੂੰ ਇੰਗਲਿਸ਼ ਦੇ ਵਿੱਚ ਫੈਟ ਕਹਿੰਦੇ ਨੇ। ਫੈਟ ਆਲਸੋ ਪ੍ਰੋਵਾਈਡਸ ਐਨਰਜੀ ਟੂ ਆਵਰ ਬੋਡੀ,
ठीक है। चर्बी ते कार्बोहाइड्रेट दोनों ऊर्जा के अपने स्रोत नेगे अपने शरीर के वास्ते, जिहड़े कि आपां नूं भोजन दे विच्चों मिलते हैं। देखो चर्बी ते कार्बोहाइड्रेट वाले भोजन नूं ऊर्जा देण वाला भोजन कहा जाता है। जिवें कि देखो पेपर दे विच तुहानूं पुछया जा सकदा है कि किहड़े भोजन नूं ऊर्जा देण वाला भोजन कहा जाता है, ठीक है। तो आपां उस दे विच देख सकते हैं चर्बी ते कार्बोहाइड्रेट जिहड़े भोजन दे विच हुंदी है, चर्बी ते कार्बोहाइड्रेट वाला भोजन हुंदा हैगा जिहड़ा वो ऊर्जा देण वाला भोजन हुंदा हैगा, ठीक है। फूड्स हाई इन फैट एंड कार्बोहाइड्रेट्स आर कॉल्ड एनर्जी फूड्स, ठीक है। इस तरह तुसीं इस नूं नाल दी नाल अपने नोट्स बना के चल सकते हो। जेकर तुसीं एक भी गल नूं मिस कर दिंदे हो देखो, ठीक है, तो तुसीं 1 नंबर गवा सकते हो पेपर दे विच। ओहो ही असल दे विच जिहड़ियां आपां इत्थे पॉइंट्स तुहानूं लैके आए हैं, ठीक है, वो इंपोर्टेंट ही ने। वैसे तो पाठ दे विच तुसीं देखोगे किड्डा पैराग्राफ के रूप दे विच ओह लिखिया हुंदा हैगा, ठीक है। पर जिहड़ियां उन्हां दे विचों मेन गल्लां ने कि पेपर दे विच पुछियां जा सकदियां ने, ओह ही आपां तुहाडे सामने लैके आए हैं। ज़्यादा वड्डी क्लास का कोई फायदा नहीं है। ਤਾਂ ਜਿਹੜੀਆਂ ਆਪਾਂ ਨੇ ਗੱਲਾਂ ਬਾਤ ਤੁਹਾਨੂੰ ਕਲਾਸ ਦੇ ਵਿੱਚ ਇੱਥੇ ਦੱਸ ਰਹੇ ਹਾਂ, ਨਾਲ ਦੀ ਨਾਲ ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ, ਰੋਕ ਕੇ ਇਸ ਦੇ ਨੋਟਸ ਬਣਾ ਸਕਦੇ ਹੋ ਜਾਂ ਸਕਰੀਨਸ਼ਾਟ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਦੇਖਦੇ ਹਾਂ ਆਪਾਂ, ਵਾਸਤਵਿਕਤਾ ਇਹ ਹੈ ਕਿ ਕਾਰਬੋਹਾਈਡਰੇਟ ਦੀ ਤੁਲਨਾ ਵਿੱਚ ਚਰਬੀ ਦੀ ਸਮਾਨ ਮਾਤਰਾ ਵਿੱਚ ਸਾਨੂੰ ਅਧਿਕ ਊਰਜਾ ਪ੍ਰਾਪਤ ਹੁੰਦੀ ਹੈ। ਦੇਖੋ ਜੇਕਰ ਕਹਿੰਦੇ ਨੇਗੇ ਕਿ ਕਾਰਬੋਹਾਈਡਰੇਟ ਅਤੇ ਚਰਬੀ, ਠੀਕ ਹੈ, ਦੋਨੋਂ ਇੱਕੋ ਭੋਜਨ ਮਟੀਰੀਅਲ, ਆਪਾਂ ਇੱਕੋ ਜਿਹਾ ਭੋਜਨ ਮਟੀਰੀਅਲ ਇੱਕੋ ਜਿਹੇ ਦੋਨਾਂ ਨੂੰ ਲੈ ਲਏ ਜੇਕਰ ਆਪਾਂ, ਠੀਕ ਹੈ, ਤਾਂ ਆਪਾਂ ਨੂੰ ਇੱਕੋ ਜਿਹੀ ਮਾਤਰਾ ਵਿੱਚ ਜੇਕਰ ਦੋਨੇ ਹੋਣ, ਠੀਕ ਹੈ, ਤਾਂ ਚਰਬੀ ਦੀ ਸਮਾਨ ਮਾਤਰਾ ਵਿੱਚ ਸਾਨੂੰ ਅਧਿਕ ਊਰਜਾ ਮਿਲਦੀ ਹੈ। ਮਤਲਬ ਕਿ ਇਨਫੈਕਟ that the carbohydrates are similar to fats in quantity, ठीक है। जेकर ये इक्को जे हैं होण तां we get more energy, मतलब कि जेकर देखो कार्बोहाइड्रेट की तुलना दे विच जेकर कार्बोहाइड्रेट्स ते आपां चरबी नूं समान लै लईए तां आपां नूं चरबी हैगी जिहड़ी ओह ज़्यादा ऊर्जा देवेगी, ठीक है। तो उस तो बाद देखो अगे देखते आपां, प्रोटीन की जरूरत शरीर के वाधे अते तंदुरुस्त रहने लई हुंदी है। जिहड़ी प्रोटीन हुंदी है, देखो आपां देखते हैं कि जिहड़े ओह हुंदे ने कि जिहड़े बॉडी बिल्डर हुंदे ने, ठीक है, जिम लगाउंदे ने, ओह प्रोटीन नूं वरतदे ने, ठीक है। प्रोटीन ਨੂੰ ਵਰਤਿਆ ਜਾਂਦਾ ਹੈਗਾ ਉਹਨਾਂ ਦੇ ਪ੍ਰੋਟੀਨ ਨੂੰ ਉਹ ਵਰਤਦੇ ਨੇ ਜਿਹੜੇ ਬੋਡੀ ਬਿਲਡਰ ਹੁੰਦੇ ਨੇ। ਉਹ ਇੱਕ ਤਰ੍ਹਾਂ ਬੋਡੀ ਨੂੰ ਗਰੋ ਕਰਨਾ ਚਾਹੁੰਦੇ ਹੁੰਦੇ ਨੇ ਆਪਣੀ, ਠੀਕ ਹੈ। ਬੋਡੀ ਨੂੰ ਗਰੋ ਕਰਨ ਵਾਸਤੇ ਆਪਾਂ ਨੂੰ ਚਾਹੀਦੀ ਹੁੰਦੀ ਹੈ ਪ੍ਰੋਟੀਨ, ਤਾਂ ਕਰਕੇ ਉਹ ਪ੍ਰੋਟੀਨ ਜ਼ਿਆਦਾ ਲੈਂਦੇ ਨੇ। ਪ੍ਰੋਟੀਨ ਇਜ਼ ਨੀਡਡ ਬਾਏ ਦਾ ਬੋਡੀ ਟੂ ਗਰੋ ਐਂਡ ਸਟੇ ਹੈਲਦੀ। ਬੋਡੀ ਨੂੰ ਹੈਲਦੀ ਅਤੇ ਗਰੋਥ ਕਰਨ ਵਾਸਤੇ ਇਹ ਪ੍ਰੋਟੀਨ ਵਰਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ, ਪ੍ਰੋਟੀਨ ਵਾਲੇ ਭੋਜਨ ਨੂੰ ਸਰੀਰ ਵਰਧਕ ਭੋਜਨ ਕਹਿੰਦੇ ਹਨ, ਠੀਕ ਹੈ। ਸਰੀਰ ਵਰਧਕ ਭੋਜਨ ਕਹਿੰਦੇ ਹਨ। ਮਤਲਬ ਕਿ ਪ੍ਰੋਟੀਨ ਰਿਚ ਫੂਡਸ ਆਰ ਕਾਲਡ ਬੋਡੀ ਇਨਹੈਂਸਿੰਗ ਫੂਡਸ, ठीक है। देख सकते हो कई बार इंग्लिश ट्रांसलेशन ਦੇ ਵਿੱਚ ਥੋੜ੍ਹੀ ਮੋਟੀ ਪ੍ਰੋਬਲਮ ਆ ਸਕਦੀ ਹੈ, ਕਿਉਂਕਿ ਟਰਾਂਸਲੇਟਰ ਦੇ ਨਾਲ ਆਪਾਂ ਨੇ ਇਸ ਨੂੰ ਇੰਗਲਿਸ਼ ਨੂੰ ਲਿਖਿਆ ਹੋਏਗਾ। ਦੇਖੋ ਪ੍ਰੋਟੀਨ ਵਾਲੇ ਭੋਜਨ ਨੂੰ ਸਰੀਰ ਵਰਧਕ ਭੋਜਨ ਕਹਿੰਦੇ ਹਨ। ਜੇਕਰ ਸਰੀਰ ਵਰਧਕ ਭੋਜਨ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਤਾਂ ਉਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਪ੍ਰੋਟੀਨ ਵਾਲਾ ਭੋਜਨ ਹੋਏਗਾ ਉਸ ਨੂੰ ਸਰੀਰ ਵਰਧਕ ਭੋਜਨ ਕਹਿੰਦੇ ਹਨ। ਉਸ ਤੋਂ ਬਾਅਦ ਦੇਖੋ ਅੱਗੇ, ਵਿਟਾਮਿਨ ਸਾਡੇ ਸਰੀਰ ਦੀ ਰੋਗਾਂ ਤੋਂ ਰੱਖਿਆ ਕਰਦੇ ਨੇਗੇ। ਵਿਟਾਮਿਨਸ ਪ੍ਰੋਟੈਕਟ ਆਵਰ ਬੋਡੀ ਫਰੋਮ ਡਿਸੀਜ਼ਸ, ठीक है। प्रोटीन नेगे जिहड़े अपने शरीर की जिहड़ी रक्षा करते नेगे बीमारियां तो, ठीक है, रोगों तो। वो किहड़ा विटामिन किहड़े रोग तो रक्षा करता है, ये भी आपां अगे गलबात करांगे। विटामिन साडी अख, हड्डियां, दंद, मसूड़े नूं स्वस्थ रखते हैं। विटामिन कीप आवर आइज, बोनस, टीथ एंड जम्स हैल्दी, ठीक है। तो उस तो बाद गल करते आपां विटामिन दीयां किस्मां नेगीਆਂ। किन्नियां किस्मां ਹੁੰਦੀਆਂ ਨੇ विटामिन दीयां? A B C D E ਤੇ K, 6 किस्मां इस ਦੀਆਂ विटामिन ਦੀਆਂ ਹੁੰਦੀਆਂ ਨੇਗੀਆਂ। ਇਹਨਾਂ ਦੇ ਨਾਮ ਨੇ ਵਿਟਾਮਿਨ ਦੀਆਂ ਕਿਸਮਾਂ ਦੇ। ਵਿਟਾਮਿਨ ਦੇ ਇੱਕ ਸਮੂਹ ਨੂੰ ਵਿਟਾਮਿਨ ਦਾ ਇੱਕ ਸਮੂਹ ਹੁੰਦਾ ਹੈਗਾ ਜਿਹੜਾ ਕਿ ਇੱਕ ਉਸ ਦੇ ਵਿੱਚ ਆਪਾਂ ਨੂੰ ਅੱਗੇ ਸੀਰੀਜ਼ ਵਿੱਚ ਉਸ ਨੂੰ ਸਬ ਪਾਰਟਸ ਦੇ ਵਿੱਚ ਵੰਡਿਆ ਹੋਏਗਾ ਇੱਕ ਵਿਟਾਮਿਨ ਨੂੰ, ਉਹ ਹੈਗਾ ਬੀ। ਵਿਟਾਮਿਨ ਬੀ ਹੈਗਾ ਜਿਹੜਾ ਉਹ ਵਿਟਾਮਿਨ B1 2 3 ਇਸ ਤਰ੍ਹਾਂ ਵੰਡਿਆ ਹੋਏਗਾ ਇੱਕ ਤਰ੍ਹਾਂ। ਤਾਂ ਇਸ ਨੂੰ ਬੀ ਕੰਪਲੈਕਸ ਕਹਿੰਦੇ ਨੇ ਵਿਟਾਮਿਨ, ਜਿਹੜਾ ਬੀ ਵਾਲਾ ਇਸ ਦਾ ਉਹ ਹੁੰਦਾ ਹੈਗਾ, ਠੀਕ ਹੈ। ਅਲੱਗ ਪਾਰਟਾਂ ਦੇ ਵਿੱਚ ਦੇਖੋ, ਵਨ ਗਰੁੱਪ ਆਫ ਵਿਟਾਮਿਨ ਬੀ ਇਜ਼ ਕਾਲਡ ਬੀ ਕੰਪਲੈਕਸ, ਠੀਕ ਹੈ। ਬੀ ਕੰਪਲੈਕਸ ਹੁੰਦਾ ਹੈਗਾ ਇਹ ਇਸ ਦੇ ਵਿੱਚ, ਕਿਉਂਕਿ ਅੱਗੇ ਪਾਰਟ ਬਣੇ ਹੋਏ ਨੇ ਵਿਟਾਮਿਨ ਦੇ। ਜੇਕਰ ਵਿਟਾਮਿਨ ਏ ਆਪਾਂ ਪੁੱਛ ਲੈਂਦੇ ਹਾਂ ਤਾਂ ਉਹ ਵਿਟਾਮਿਨ ਏ ਹੀ ਹੋਏਗਾ,
ठीक है। जेकर आप विटामिन बी की गल करते हैं, विटामिन बी ਦੇ ਵਿੱਚ ਵੀ ਅੱਗੇ विटामिन आते ਨੇਗੇ। ਤਾਂ ਉਸ ਤੋਂ ਬਾਅਦ ਦੇਖੋ ਆਪਾਂ ਗੱਲ ਕਰਦੇ ਹਾਂ ਵਿਟਾमिन ਏ। ਇਹਨਾਂ ਦੇ ਦੇਖੋ ਹੁਣ ਆਪਾਂ ਕਾਰਜਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਕਿਹੜਾ ਵਿਟਾमिन ਕਿਸ ਕੰਮ ਦੇ ਵਾਸਤੇ ਵਰਤਿਆ ਜਾਂਦਾ ਹੈਗਾ। ਵਿਟਾमिन ਏ ਹੈਗਾ ਜਿਹੜਾ ਅੱਖਾਂ ਦੇ ਲਈ ਬਹੁਤ ਮਹੱਤਵਪੂਰਨ ਹੈਗਾ। ਦੇਖੋ ਵਿਟਾमिन ਏ ਇਜ਼ ਵੈਰੀ ਇੰਪੋਰਟੈਂਟ ਫਾਰ ਦਾ ਆਈਜ਼। ਠੀਕ ਹੈ, ਵਿਟਾमिन ਏ ਹੈਗਾ ਜਿਹੜਾ ਇੰਪੋਰਟੈਂਟ ਹੈਗਾ ਆਈਜ਼ ਦੇ ਵਾਸਤੇ। ਉਸ ਤੋਂ ਬਾਅਦ ਵਿਟਾमिन ਬੀ। ਵਿਟਾमिन ਬੀ ਹੈਗਾ ਜਿਹੜਾ ਊਰਜਾ ਅਤੇ ਚਮੜੀ ਦੇ ਲਈ ਮਹੱਤਵਪੂਰਨ ਹੈਗਾ। ਵਿਟਾमिन ਬੀ ਨਾਲੇ ਤਾਂ ਊਰਜਾ ਦਿੰਦਾ ਹੈਗਾ ਸਾਨੂੰ, ਅਤੇ ਨਾਲੇ ਜਿਹੜੀ ਸਾਡੀ ਸਕਿਨ ਹੈਗੀ ਚਮੜੀ, ਇਸ ਦੇ ਲਈ ਇੰਪੋਰਟੈਂਟ ਹੈਗਾ। ਵਿਟਾमिन ਬੀ ਇਜ਼ ਵੈਰੀ ਇੰਪੋਰਟੈਂਟ ਫਾਰ ਦਾ ਐਨਰਜੀ ਐਂਡ ਸਕਿਨ। ਉਸ ਤੋਂ ਬਾਅਦ ਵਿਟਾमिन ਸੀ। ਠੀਕ ਹੈ, ਵਿਟਾमिन ਸੀ ਹੈਗਾ ਜਿਹੜਾ ਰੋਗਾਂ ਨਾਲ ਲੜਨ ਲਈ ਬਹੁਤ ਮਹੱਤਵਪੂਰਨ ਹੈਗਾ। ਜਿਹੜਾ ਵਿਟਾमिन ਸੀ ਹੈਗਾ ਵੈਰੀ ਇੰਪੋਰਟੈਂਟ ਫਾਰ ਦਾ ਟੂ ਡਿਫੀਟ ਡਿਸੀਜ਼ਸ। ਠੀਕ ਹੈ, ਰੋਗਾਂ ਤੋਂ ਆਪਾਂ ਨੂੰ ਇਹ ਪ੍ਰੋਟੈਕਟ ਕਰਦਾ ਹੈਗਾ। ਸਕਿਨ ਦੇ ਵਾਸਤੇ ਵੀ ਇਹ ਹੁੰਦਾ ਹੈਗਾ ਵਿਟਾमिन ਸੀ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਿਟਾमिन ਡੀ ਦੀ। ਵਿਟਾमिन ਡੀ ਹੈਗਾ ਜਿਹੜਾ ਹੱਡੀਆਂ ਅਤੇ ਦੰਦਾਂ ਦੇ ਲਈ ਇੰਪੋਰਟੈਂਟ ਹੈਗਾ। ਵਿਟਾमिन ਡੀ ਵੈਰੀ ਇੰਪੋਰਟੈਂਟ ਫਾਰ ਦਾ ਬੋਨਸ ਐਂਡ ਟੀਥ। ਦੰਦਾਂ ਅਤੇ ਹੱਡੀਆਂ ਦੇ ਲਈ ਵਿਟਾमिन ਡੀ ਹੈਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਿਟਾमिन ਈ। ਵਿਟਾमिन ਈ ਹੈਗਾ ਜਿਹੜਾ ਜਣਨ ਦੇ ਲਈ ਬਹੁਤ ਮਹੱਤਵਪੂਰਨ ਹੈਗਾ, ਰੀਪਰੋਡਕਸ਼ਨ ਵਾਸਤੇ। ਠੀਕ ਹੈ, ਵਿਟਾमिन ਈ ਵੈਰੀ ਇੰਪੋਰਟੈਂਟ ਫਾਰ ਦਾ ਰੀਪਰੋਡਕਸ਼ਨ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਿਟਾमिन ਕੇ ਦੀ। ਵਿਟਾमिन ਕੇ ਹੈਗਾ ਜਿਹੜਾ ਖੂਨ ਜਮਾਉਣ ਦੇ ਲਈ ਮਹੱਤਵਪੂਰਨ ਹੈ। ਜਿਵੇਂ ਕਿ ਦੇਖੋ ਆਪਾਂ ਦੇਖਦੇ ਹਾਂ ਕਿ ਕਿਸੇ ਵਿਅਕਤੀ ਦੇ ਸੱਟ ਲੱਗ ਜਾਂਦੀ ਹੈ। ਠੀਕ ਹੈ, ਸੱਟ ਲੱਗਣ ਤੋਂ ਬਾਅਦ ਉਹ ਖੂਨ ਜ਼ਖਮ ਦੇ ਉੱਥੇ ਹੀ ਸੁੱਕ ਜਾਂਦਾ ਹੈਗਾ, ਜੰਮ ਜਾਂਦਾ ਹੈਗਾ। ਠੀਕ ਹੈ, ਉਹ ਵਿਟਾमिन ਕੇ ਦੇ ਕਰਕੇ ਜੰਮਦਾ। ਜੇਕਰ ਵਿਟਾमिन ਕੇ ਦੀ ਕਿਸੇ ਵਿਅਕਤੀ ਨੂੰ ਘਾਟ ਹੈ ਤਾਂ ਉਸਦਾ ਖੂਨ ਨਹੀਂ ਜੰਮੇਗਾ, ਉਹ ਖੂਨ ਇਸੇ ਤਰ੍ਹਾਂ ਚੱਲਦਾ ਰਹੇਗਾ। ਠੀਕ ਹੈ, ਉਸੇ ਤਰ੍ਹਾਂ ਦੇਖੋ ਆਪਾਂ ਇਹਨਾਂ ਦਾ ਹੋਰ ਤੁਹਾਨੂੰ ਡੀਪਲੀ ਦੱਸ ਦਿੰਦੇ ਹਾਂ। ਵਿਟਾमिन ਏ ਹੈਗਾ ਜਿਹੜਾ, ਜੇਕਰ ਵਿਟਾमिन ਏ ਆਪਣੇ ਸਰੀਰ ਦੇ ਵਿੱਚ ਵਧੀਆ ਹੈਗਾ, ਪੂਰਾ ਹੈਗਾ ਆਪਣੇ, ਤਾਂ ਆਪਣੀਆਂ ਨਿਗਾਹ ਵੀ ਵਧੀਆ ਹੋਏਗੀ, ਆਪਣੀ ਤੇਜ਼ ਹੋਏਗੀ। ਜਿਸ ਵਿਅਕਤੀ ਦੀ ਨਿਗਾਹ ਘੱਟ ਹੈ ਤਾਂ ਉਸਨੂੰ ਵਿਟਾमिन ਏ ਦੀ ਕਮੀ ਹੈ। ਠੀਕ ਹੈ, ਤਾਂ ਵਿਟਾमिन ਬੀ ਹੈਗਾ ਇਸੇ ਤਰ੍ਹਾਂ। ਵਿਟਾमिन ਬੀ ਦੇ ਵਿੱਚ ਆ ਜਾਂਦਾ ਹੈਗਾ ਚਮੜੀ ਖੁਸ਼ਕ ਹੋ ਜਾਂਦੀ ਹੈ ਕਿਸੇ ਦੀ। ਠੀਕ ਹੈ, ਜੇ ਚਮੜੀ ਨਾਲ ਸੰਬੰਧਿਤ ਕੁਛ ਵੀ ਆਪਾਂ ਨੂੰ ਪ੍ਰੋਬਲਮ ਹੈਗੀ, ਉਹ ਵਿਟਾमिन ਬੀ ਦੇ ਕਰਕੇ ਹੈ। ਜਾਂ ਕਿਸੇ ਵਿਅਕਤੀ ਦਾ ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰ ਰਿਹਾ, ਊਰਜਾ ਦੀ ਕਮੀ ਹੈ, ਤਾਂ ਉਹ ਵੀ ਆਪਣਾ ਵਿਟਾमिन ਬੀ ਦੇ ਵਿੱਚ ਆ ਜਾਂਦਾ ਹੈਗਾ। ਉਸ ਤੋਂ ਬਾਅਦ ਜਿਹੜਾ ਵਿਟਾमिन ਸੀ ਹੈਗਾ, ਵਿਟਾमिन ਸੀ ਹੈਗਾ ਜਿਹੜਾ ਆਪਣੇ ਸਰੀਰ ਦੇ ਵਿੱਚ, ਜਦੋਂ ਆਪਾਂ ਵਿਟਾमिन ਸੀ ਲੈਂਦੇ ਆਂਗੇ ਆਪਣੇ ਸਰੀਰ ਦੇ ਵਿੱਚ, ਠੀਕ ਹੈ, ਤਾਂ ਇਹ ਵਿਟਾमिन ਸੀ ਇੱਦਾਂ ਨਹੀਂ ਹੈਗਾ ਕਿ ਹੋਰ ਤਾਂ ਹੁੰਦਾ ਹੈਗਾ, ਜਿਵੇਂ ਕਿ ਆਪਾਂ ਕੋਈ ਵੀ ਖੁਰਾਕ ਖਾਂਦੇ ਹਾਂ ਉਹਦਾ ਆਪਣੇ ਸਰੀਰ ਨੂੰ ਕਾਫੀ ਟਾਈਮ ਅਸਰ ਰਹਿੰਦਾ ਹੈਗਾ। ਜਿਵੇਂ ਕਿ ਕਹਿੰਦੇ ਹੁੰਦੇ ਆ ਕਿ ਆਪਣੇ ਛੋਟੇ ਹੁੰਦੇ ਤੋਂ ਖੁਰਾਕ ਖਾਧੀ ਹੋਈ ਹੈ ਜਿਹੜੀ, ਉਹ ਵੱਡੀ ਉਮਰ ਦੇ ਵਿੱਚ ਵੀ ਕੰਮ ਦਿੰਦੀ ਹੈ। ਪਰ ਜਿਹੜਾ ਵਿਟਾमिन ਸੀ ਹੁੰਦਾ ਹੈਗਾ, ਇਹ ਬਸ ਇੱਕ ਦਿਨ ਤੇ 1-2 ਦਿਨਾਂ ਦੇ ਵਿੱਚ ਹੀ ਇਸ ਨੂੰ ਆਪਣਾ ਕੰਮ ਕਰਦਾ ਹੈਗਾ ਇਹ। ਮਤਲਬ ਕਿ ਉਸ ਤੋਂ ਬਾਅਦ ਆਪਾਂ ਨੂੰ ਦੁਬਾਰਾ ਲੈਣਾ ਪੈਂਦਾ ਹੈਗਾ। ਇਹ ਜ਼ਿਆਦਾ ਸਮਾਂ ਆਪਣੇ ਸਰੀਰ ਦੇ ਵਿੱਚ ਨਹੀਂ ਰਹਿੰਦਾ ਵਿਟਾमिन ਸੀ। ਇਸ ਕਰਕੇ ਆਪਾਂ ਨੂੰ ਇਹ ਵਿਟਾमिन ਸੀ ਲਗਾਤਾਰ ਆਪਾਂ ਨੂੰ ਲੈਂਦੇ ਰਹਿਣਾ ਚਾਹੀਦਾ ਹੈਗਾ। ਠੀਕ ਹੈ, ਵਿਟਾमिन ਸੀ ਮਤਲਬ ਕਿ ਜਿਵੇਂ ਕਿ ਆਪਾਂ ਕਹਿੰਦੇ ਹੁੰਦੇ ਹਾਂ WBC ਦੇ ਵਿੱਚ ਉਹਨਾਂ ਦਾ ਇੱਕ ਟਾਈਮ ਹੁੰਦਾ ਹੈਗਾ, ਕਿੰਨਾ ਟਾਈਮ ਉਹ ਰਹਿੰਦੇ ਨੇ। ਠੀਕ ਹੈ, ਉਹ ਵਿਟਾमिन ਸੀ ਹੈਗਾ ਜਿਹੜਾ ਰੋਗਾਂ ਦੇ ਨਾਲ ਲੜਨ ਦੇ ਲਈ ਕੰਮ ਕਰਦਾ ਹੈਗਾ। ਇਹ ਆਪਣੇ ਸਰੀਰ ਦੇ ਵਿੱਚ ਰਹਿਣਾ ਹੀ ਚਾਹੀਦਾ ਹੈ, ਤਾਂ ਕਰਕੇ ਆਪਾਂ ਨੂੰ ਵਿਟਾमिन ਸੀ ਲੈਂਦੇ ਰਹਿਣਾ ਚਾਹੀਦਾ ਹੈਗਾ। ਇਹ ਤੁਹਾਨੂੰ ਆਪਾਂ ਸਰੋਤ ਆਪਾਂ ਦੱਸ ਦਿਆਂਗੇ ਕਿ ਕਿਹੜੇ ਕਿਹੜੇ ਸਰੋਤ ਹੁੰਦੇ ਨੇ ਇਹਨਾਂ ਦੇ। ਤਾਂ ਉਸ ਤੋਂ ਬਾਅਦ ਵਿਟਾमिन ਡੀ। ਵਿਟਾमिन ਡੀ ਹੈਗਾ ਜਿਹੜਾ ਇਹ ਹੱਡੀਆਂ ਵਾਸਤੇ ਅਤੇ ਦੰਦਾਂ ਵਾਸਤੇ ਬਹੁਤ ਮਹੱਤਵਪੂਰਨ ਹੈਗਾ। ਠੀਕ ਹੈ, ਤਾਂ ਕਰਕੇ ਆਪਾਂ ਨੂੰ ਵਿਟਾमिन ਡੀ ਲੈਣਾ ਚਾਹੀਦਾ ਹੈਗਾ। ਹੱਡੀਆਂ ਦੇ ਵਿੱਚ ਆਪਣੇ ਤਾਕਤ ਤਾਂ ਹੀ ਹੋਏਗੀ ਜੇਕਰ ਆਪਾਂ ਨੂੰ ਵਿਟਾमिन ਡੀ ਹੈਗਾ। ਉਸ ਤੋਂ ਬਾਅਦ ਵਿਟਾमिन ਈ ਜਣਨ ਵਾਸਤੇ ਤੁਹਾਨੂੰ ਦੱਸਿਆ ਸੀਗਾ, ਲੈਂਗਿਕ ਕਾਰਜਾਂ ਵਾਸਤੇ ਇਹ ਵਰਤਿਆ ਜਾਂਦਾ ਹੈਗਾ ਜਿਹੜਾ ਵਿਟਾमिन ਈ ਹੈਗਾ। ਠੀਕ ਹੈ, ਰੀਪਰੋਡਕਸ਼ਨ ਦੇ ਵਾਸਤੇ। ਅਤੇ ਉਸ ਤੋਂ ਬਾਅਦ ਵਿਟਾमिन ਕੇ ਹੈਗਾ ਜਿਹੜਾ ਖੂਨ ਜਮਾਉਣ ਦੇ ਲਈ, ਉਹ ਤੁਹਾਨੂੰ ਦੱਸ ਹੀ ਦਿੱਤਾ ਹੈਗਾ। ਉਸ ਤੋਂ ਬਾਅਦ ਦੇਖੋ ਆਪਾਂ ਖਣਿਜਾਂ ਦੀ ਗੱਲ ਕਰਦੇ ਹਾਂ। ਜਿਹੜੇ ਖਣਿਜ ਨੇ ਉਚਿਤ ਵਿਕਾਸ ਅਤੇ ਚੰਗੇ ਸਵਾਸਥ ਦੇ ਲਈ ਜ਼ਰੂਰੀ ਹੁੰਦੇ ਨੇਗੇ ਜਿਹੜੇ। ਠੀਕ ਹੈ, ਮਿਨਰਲਸ ਆਰ ਐਸੈਂਸ਼ੀਅਲ ਫਾਰ ਪ੍ਰੋਪਰ ਗਰੋਥ ਐਂਡ ਗੁੱਡ ਹੈਲਥ। ਠੀਕ ਹੈ, ਆਪਣੇ ਸਵਾਸਥ ਦੇ ਲਈ ਅਤੇ ਵਿਕਾਸ ਦੇ ਲਈ ਇਹ ਆਪਣੇ ਸਰੀਰ ਦੇ ਲਈ ਜ਼ਰੂਰੀ ਹੁੰਦੇ ਨੇ। ਖਣਿਜਾਂ ਦੇ ਵਿੱਚ ਕੀ ਆ ਜਾਂਦਾ ਹੈਗਾ, ਦੇਖੋ ਜਿਵੇਂ ਕਿ ਆਪਣੇ ਸਰੀਰ ਦੇ ਵਿੱਚ ਆਇਰਨ ਹੋ ਗਿਆ, ਆਇਓਡੀਨ ਹੋ ਗਈਆਂ, ਇਹ ਚੀਜ਼ਾਂ ਇਸ ਦੇ ਵਿੱਚ ਆ ਜਾਂਦੀਆਂ ਨੇਗੀਆਂ। ਠੀਕ ਹੈ, ਇਹਨਾਂ ਦੇ ਆਪਾਂ ਘਾਟ ਦੇ ਕਾਰਨ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਘਾਟ ਦੇ ਕਾਰਨ ਕੀ ਹੁੰਦਾ ਹੈਗਾ। ਇਹ ਤੁਹਾਨੂੰ ਪੇਪਰਾਂ ਦੇ ਵਿੱਚ ਬਹੁਤ ਪੁੱਛਿਆ ਜਾਂਦਾ ਹੈਗਾ ਇਹ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਰੇਸ਼ੇ ਫਾਈਬਰ। ਠੀਕ ਹੈ, ਇਸ ਨੂੰ ਰਫਸ ਵੀ ਕਹਿ ਸਕਦੇ ਹਾਂ। ਠੀਕ ਹੈ, ਭੋਜਨ ਨੂੰ ਪਚਾਉਣ ਦੇ ਵਿੱਚ ਇਹ ਆਪਣੀ ਮਦਦ ਕਰਦੇ ਨੇਗੇ ਜਿਹੜੇ ਰੇਸ਼ੇ ਹੁੰਦੇ ਨੇ। ਠੀਕ ਹੈ, ਫਾਈਬਰ ਹੈਲਪਸ ਡਾਈਜੈਸਟ ਫੂਡ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਾਣੀ। ਠੀਕ ਹੈ, ਪਾਣੀ ਭੋਜਨ ਵਿੱਚ ਮੌਜੂਦ ਪੋਸ਼ਕ ਤੱਤ। ਠੀਕ ਹੈ, ਆਪਣੇ ਵਿੱਚ, ਇੱਥੇ ਆਪਣੇ ਲਿਖਣਾ ਸੀਗਾ, ਖੱਖਾ ਪੈ ਗਿਆ, ਆਪਣੇ ਵਿੱਚ। ਠੀਕ ਹੈ, ਸਾਡੇ
पोषक तत्त सोखण विच, सॉरी इत्थे सोखण आएगा। देखो पानी भोजन विच मौजूद पोषक तत्त सोखण विच साडे शरीर की मदद करता है। भोजन जिहड़ा आपां भोजन खाने, ठीक है, उस तो बाद जो आपां पानी पीने तो वो सारे जिहड़े अपने भोजन का सारा निचोड़ होएगा वो पानी दे विच घुल के अपने बॉडी दे विच एक तरह उसनूं अबजॉर्व कर लेगा, ठीक है। तो उस तो बाद देखो ये वाधू पदार्थां नूं मूत्र ते पसीने के राहीं बाहर कढ़ दिंदेगा। जिहड़ा अपने वाधू पदार्थ हुंदेगा, ठीक है, उसनूं बाहर कढ़ देगा पसीने के राहीं। वाटर हैल्प्स आवर बॉडी अबजॉर्व द न्यूट्रिएंट्स, ठीक है, प्रेजेंट इन फूड, ठीक है। इट फ्लशस आवर एक्सैस सबसटेंसिस थ्रो यूरिन एंड स्वेट, ठीक है। ये पसीने ते यूरिन के राही अपने शरीर के विचों इसनूं बाहर कढ़ दिंदेगा जिहड़ा वाधू पदार्थ हुंदेगा, ठीक है। तो उस तो बाद देखो आपां स्रोत पता करते हैं हुण किहड़ा जिहड़े आपां भोजन के कंपोनेंट्स ने सारिਆਂ ਦੇ ਆਪਾਂ ਪਹਿਲਾਂ ਦਾ ਕੰਮ देख ले की ਕੰਮ ਹੁੰਦੇ ਨੇ ਇਹਨਾਂ ਦੇ ਕਾਰਜ। ਉਸ ਤੋਂ ਬਾਅਦ ਆਪਾਂ ਇਸ ਦੇ ਸਰੋਤ ਦੇਖਦੇ ਹਾਂ ਕਿ ਆਪਣੇ ਸਰੀਰ ਦੇ ਵਿੱਚ ਇਹ ਮਿਲਦਾ ਕਿਸ ਦੇ ਰਾਹੀਂ ਆਪਣੇ ਸਰੀਰ ਦੇ ਵਿੱਚ ਆਉਂਦਾ ਹੈਗਾ ਤੇ ਆਪਾਂ ਨੂੰ ਕੀ ਖਾਣਾ ਚਾਹੀਦਾ ਜੇਕਰ ਇਹ ਆਪਾਂ ਨੇ ਲੈਣਾ ਹੋਵੇ। ਕਾਰਬੋਹਾਈਡਰੇਟ ਤੁਹਾਨੂੰ ਦੱਸ ਦਿੱਤਾ ਕਿ ਊਰਜਾ ਦੇ ਲਈ ਆ। ਹੁਣ ਦੇਖੋ ਜਿਸ ਨੂੰ ਵੀ ਊਰਜਾ ਦੀ ਜ਼ਰੂਰਤ ਹੋਏਗੀ, ਠੀਕ ਹੈ, ਤਾਂ ਉਸ ਨੂੰ ਇਹ ਚੀਜ਼ਾਂ ਆਪਣੇ ਭੋਜਨ ਦੇ ਵਿੱਚ ਜ਼ਰੂਰ ਸ਼ਾਮਲ ਕਰ ਲੈਣੀਆਂ ਚਾਹੀਦੀਆਂ ਨੇਗੀਆਂ, ਠੀਕ ਹੈ। ਪੇਪਰ ਦੇ ਵਿੱਚ ਇੱਥੋਂ ਬਹੁਤ ਪ੍ਰਸ਼ਨ ਪੁੱਛੇ ਜਾਂਦੇ ਨੇ। ਉਹ ਹੈਗੀ ਸ਼ੱਕਰਕੰਦੀ, ठीक है, आलू, गन्ना, पपीता, तरबूज, अंब, मक्का, बाजरा, चौल ते कणक, ये सारिया चीज़ां ने जिहड़ियां, ठीक है। तो ये कार्बोहाइड्रेट्स के स्रोत नेगे, ठीक है। ये जिहड़े इस दे विच आपां ने लिखे नेगे शुगर केन हो गया, ठीक है, पोटैटो हो गया, शुगर केन, ठीक है, पपाया, वाटरमैलन ते आह जिहड़े जिहड़े सारे इस दे विच आपां ने मैंगो, मेज़, मिलट, राइस ते वीट जिहड़े भी आपां ने इस दे विच लिखे हुए ने ये सारे अपने उसके वास्ते कार्बोहाइड्रेट्स के स्रोत नेगे। आपां नूं इत्थों कार्बोहाइड्रेट मिलती है, मतलब कि ये भोजन के विच जदों आपां ये शामिल करते हैं तो आपां ने शरीर नूं ऊर्जा मिलती हैगी, ठीक है। उस तो बाद गल कर लैंदे आपां चर्बी के स्रोत की, सोर्स ऑफ फैट, ठीक है। ये जिहड़ी फैट हैगी आपां दो आपां नूं स्रोतों तो मिलती हैगी, ठीक है। वो दो स्रोत पौधे ते जंतु, पौधों तो भी मिलती है तो जंतुओं तो भी, प्लांट्स एंड एनीमल्स, ठीक है। प्लांट्स तो किहड़ी मिलती है तो एनीमल्स तो किहड़ी मिलती है। देखो अलग अलग अपन इस नूं वंडेगा। जिहड़े पौधे नेगे पौधे उन्हां दे विच मूंगफली आ जाती है, तिल ते गिरी, ठीक है। प्लांट्स पीनट, ठीक है, सीसम आ गया तो उस तो बाद नट्स आ गया। इन्हां तो आपां नूं चर्बी मिलती हैगी इन्हां तो। इस तो बिना होर भी बहुत सारे हुंदे नेगे, आपां इत्थे इंपोर्टेंट ही लिएगा। उस तो बाद जंतु, जंतुओं दे विच जिहड़े मच्छी, अंडे, अंडे, मच्छी ते मांस, इन्हां तिन्नां तो आपां नूं देखो इत्थे फैट मिलती हैगी एनीमल्स दे विचों, ठीक है। एग्स, फिश, मीट, ये तीन आपां भोजन दे विच जेकर होणगे तां आपां नूं इत्थों चर्बी मिलती रहेगी। चर्बी ते कार्बोहाइड्रेट का इक्को काम हुंदा हैगा, ठीक है, ऊर्जा देना। देखो इत्थों कार्बोहाइड्रेट्स तो आपां नूं इन्हां चीज़ां तो ऊर्जा मिल ही जाएगी। तो इत्थों चर्बी, चर्बी तुहानूं दस्सिआ सीगा कि ऊर्जा उस नालों कार्बोहाइड्रेट नालों ज़्यादा देंदी हैगी। उस तो बाद देखो प्रोटीन के स्रोत, प्रोटीन दे विच भी पौधे ते जंतु आ जांदे ने, प्लांट्स एंड एनीमल्स, ठीक है। ये पौधों के की आ जाएगा छोले, मूंग, राजमा, सोयाबीन ते मटर, ठीक है। प्लांट्स के की आ जाते नेगे चिक पिक्स, ठीक है, कैरट, बीनस, सोयाबीनस ते पीज आ गए, ठीक है। इन्हां तो आपां नूं प्रोटीन मिलती है कि उस तो बाद जंतुओं की गल कर लैंदे। जंतुओं के पनीर आ जाएगा, देखो दुध का प्रोडक्ट है ये, अंडे, मच्छी ते मांस, इन्हां तो आपां नूं प्रोटीन मिलती है। एनीमल्स दे विच चीज़, एग्स, फिश ते मीट, ठीक है, इन्हां तो आपां नूं प्रोटीन मिलती है। उस तो बाद खनिज के स्रोत, खनिज तुहानूं दस्सिआ सीगा कि की कुछ हुंदा हैगा खनिज, ठीक है। स्रोतां दी आपां गल करते हैं। पहला स्रोत हैगा जिहड़ा खनिज का, मिनरल का, सोर्स ऑफ मिनरल का। उस ते आपां गल करते हैं कैल्शियम। कैल्शियम कित्थों मिलता है आपां नूं? दुध ते अंडे तो, ठीक है, मिल्क एंड एग्स दोनों तो आपां नूं इत्थे कैल्शियम मिलता है। उस तो बाद गल करते हैं आपां आयरन की, ठीक है, पत्तेदार सब्जियां, ठीक है, लीफी वैजीटेबल्स तो। उस तो बाद सेब तो मिलता है, सेब एप्पल तो। उस तो बाद फिश, ठीक है, मच्छी तो मिलता है। उस तो बाद आयरन तो बाद आपां गल करते हैं आयोडीन की। आयोडीन देखो आपां नूं नमक तो मिलता है। नमक दे विच देखो आपां ने ऐड देखी हुंदी है कि आयोडीन नमक, ठीक है, नमक तो मिलता है। उस तो बाद मच्छी, पालक, अदरक, ठीक है, इन्हां दे विच देखो साल्ट, फिश
ठीक है, स्पिनच ਤੇ ਜਿੰਜਰ ਆ ਗਿਆ। ਤਾਂ ਇਹਨਾਂ ਤੋਂ ਆਪਾਂ ਨੂੰ ਆਇਓਡੀਨ ਮਿਲਦਾ। ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਆਪਾਂ ਫਾਸਫੋਰਸ ਦੀ। ਆਇਓਡੀਨ ਠੀਕ ਹੈ ਤੇ ਆਇਰਨ ठीक है। आयरन ਦੇ ਵਿੱਚ ਵੀ ਆਪਾਂ ਨੂੰ ਇੱਥੇ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਦੇਖੋ ਸਬਜ਼ੀ ਨੂੰ ਕੱਟ ਕੇ ਰੱਖ ਲੈਂਦੇ ਹਾਂ। ਜਦੋਂ ਉਹ ਸਬਜ਼ੀ ਕਾਲੀ ਹੋਣ ਲੱਗ ਜਾਂਦੀ ਹੈ ਠੀਕ ਹੈ, ਤਾਂ ਉਸ ਦੇ ਵਿੱਚ ਆਇਰਨ ਦੀ ਮਾਤਰਾ ਹੁੰਦੀ ਹੈ। ਜਿਵੇਂ ਕਿ ਪਾਲਕ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ। ਅਤੇ ਆਲੂ ਆਪਾਂ ਜਦੋਂ ਕੱਟ ਕੇ ਰੱਖ ਦਿੰਦੇ ਹਾਂ ਉਹ ਆਪਣੇ ਆਪ ਕਾਲਾ ਹੋਣ ਲੱਗ ਜਾਂਦਾ ਬਾਅਦ ਦੇ ਵਿੱਚ ਠੀਕ ਹੈ, ਉਹ ਆਇਰਨ ਹੁੰਦਾ ਹੈਗਾ ਉਸ ਦੇ ਵਿੱਚ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਫਾਸਫੋਰਸ ਦੀ। ਫਾਸਫੋਰਸ ਹੁੰਦਾ ਹੈਗਾ ਜਿਹੜਾ ਚਾਵਲ, ਦੁੱਧ, ਕੇਲਾ ਅਤੇ ਮਿਰਚ ਠੀਕ ਹੈ, ਰਾਈਸ, ਮਿਲਕ, ਬਨਾਨਾ ਅਤੇ ਪੈਪਰ ਠੀਕ ਹੈ। ਇੱਥੇ ਤੁਸੀਂ ਚੈੱਕ ਕਰ ਸਕਦੇ ਹੋ, ਇਸ ਦਾ ਕਈ ਵਾਰ ਇੱਥੇ ਮਿਸਟੇਕ ਹੋ ਸਕਦੀ ਹੈਗੀ ਟਰਾਂਸਲੇਸ਼ਨ ਦੇ ਵਿੱਚ। ਉਸ ਤੋਂ ਬਾਅਦ ਆਪਾਂ ਰੇਸ਼ੇ ਅਤੇ ਪਾਣੀ ਦੇ ਸਰੋਤ ਕੀ ਨੇਗੇ, ਜਿਹੜੇ ਰੇਸ਼ੇ ਅਤੇ ਪਾਣੀ ਆਪਣੇ ਸਰੀਰ ਦੇ ਵਿੱਚ ਹੁੰਦਾ ਹੈਗਾ। ਰੇਸ਼ਿਆਂ ਦੀ ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ। ਮੋਟਾ ਅਨਾਜ ਹੁੰਦਾ ਹੈਗਾ ਜਿਹੜਾ, ਉਹ ਹੁੰਦਾ ਹੈਗਾ ਸਬਜ਼ੀਆਂ ਅਤੇ ਤਾਜ਼ੇ ਫਲ। ਫਾਈਬਰ ਦੇ ਵਿੱਚ ਦੇਖੋ ਕੋਰਸ ਗੇਨਸ ਠੀਕ ਹੈ, ਅਤੇ ਉਸ ਤੋਂ ਬਾਅਦ ਵੈਜੀਟੇਬਲ, ਫਰੈਸ਼ ਫਰੂਟ। ਉਸ ਤੋਂ ਬਾਅਦ ਪਾਣੀ ਦੀ ਗੱਲ। ਪਾਣੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਿਹੜੀ ਵੀ ਆਪਣੇ ਭੋਜਨ ਦੇ ਵਿੱਚ ਤਰਲ ਪਦਾਰਥ ਆਪਾਂ ਲੈਂਦੇ ਹੈਗੇ ਉਸ ਦੇ ਵਿੱਚ ਪਾਣੀ ਹੁੰਦਾ ਹੈਗਾ। ਜਿਵੇਂ ਚਾਹ, ਦੁੱਧ, ਪਾਣੀ, ਫਲ ਅਤੇ ਗੰਨੇ, ਇਹਨਾਂ ਸਾਰਿਆਂ ਦੇ ਵਿੱਚ ਆਪਾਂ ਨੂੰ ਪਾਣੀ ਇੱਥੇ ਮਿਲਦਾ ਹੈਗਾ ਆਪਣੀ ਬੋਡੀ ਨੂੰ। ਉਸ ਤੋਂ ਬਾਅਦ ਦੇਖੋ ਆਪਾਂ ਸੰਤੁਲਿਤ ਭੋਜਨ ਦੇ ਬਾਰੇ ਗੱਲ ਕਰ ਲੈਂਦੇ ਹੈਗੇ। ਬੈਲੈਂਸਡ ਫੂਡ ਠੀਕ ਹੈ। ਸੰਤੁਲਿਤ ਭੋਜਨ ਕੀ ਹੁੰਦਾ ਹੈਗਾ? ਦੇਖੋ ਭੋਜਨ ਆਪਾਂ ਸਾਰੇ ਖਾਂਦੇ ਹਾਂ। ਸੰਤੁਲਿਤ ਭੋਜਨ ਉਹ ਹੁੰਦਾ ਹੈਗਾ ਜਿਹੜੇ ਭੋਜਨ ਦੇ ਵਿੱਚ ਇੱਕ ਬੈਲੈਂਸ ਬਣਾਇਆ ਹੋਵੇ ਕਿ ਜਿੰਨੀ ਆਪਾਂ ਨੂੰ ਜਿਹੜੇ ਪਦਾਰਥ ਦੀ ਜ਼ਰੂਰਤ ਹੈ ਉਹ ਪਦਾਰਥ ਓਨਾ ਹੀ ਆਪਣੀ ਬੋਡੀ ਨੂੰ ਮਿਲੇ ਠੀਕ ਹੈ। ਇੱਕ ਬੈਲੈਂਸ ਬਣਾ ਕੇ, ਇੱਕ ਸੰਤੁਲਨ ਬਣਾ ਕੇ ਉਸਦਾ ਜਦੋਂ ਆਪਾਂ ਲੈਂਦੇ ਆਂਗੇ ਭੋਜਨ ਦਾ, ਤਾਂ ਉਹ ਸੰਤੁਲਿਤ ਭੋਜਨ ਅਖਵਾਉਂਦਾ ਹੈਗਾ। ਦੇਖੋ ਪੂਰੇ ਦਿਨ ਵਿੱਚ ਅਸੀਂ ਜੋ ਕੁਝ ਖਾਂਦੇ ਹਾਂ ਉਹ ਆਹਾਰ ਅਖਵਾਉਂਦਾ ਹੈਗਾ। ਵਾਟ ਵੀ ਈਟ ਠੀਕ ਹੈ ਥਾਊਟ ਦਾ ਡੇ ਇਜ਼ ਕਾਲਡ ਡਾਈਟ। ਜਿਹੜਾ ਵੀ ਆਪਾਂ ਕੁਛ ਖਾਂਦੇ ਇੱਕ ਦਿਨ ਦੇ ਵਿੱਚ ਉਹ ਸਾਰਾ ਆਪਣਾ ਭੋਜਨ ਅਖਵਾਉਂਦਾ, ਆਹਾਰ ਅਖਵਾਉਂਦਾ ਹੈਗਾ ਠੀਕ ਹੈ। ਸਾਡੇ ਸਰੀਰ ਦੇ ਵਾਧੇ ਅਤੇ ਤੰਦਰੁਸਤੀ ਲਈ ਸਾਡੇ ਆਹਾਰ ਵਿੱਚ ਉਚਿਤ ਮਾਤਰਾ ਵਿੱਚ ਪੋਸ਼ਕ ਤੱਤਾਂ ਦੀ ਮੌਜੂਦਗੀ ਹੋਣੀ ਚਾਹੀਦੀ ਹੈ। ਸਾਡੇ ਸਰੀਰ ਦੇ ਵਾਧੇ ਅਤੇ ਤੰਦਰੁਸਤੀ ਦੇ ਵਾਸਤੇ ਉਹ ਸਾਨੂੰ ਪਦਾਰਥਾਂ ਦੀ, ਪੋਸ਼ਕ ਤੱਤਾਂ ਦੀ ਮੌਜੂਦਗੀ ਸਾਡੇ ਭੋਜਨ ਦੇ ਵਿੱਚ ਹੋਣੀ ਚਾਹੀਦੀ ਹੈ ਜੋ ਸਾਡੇ ਸਰੀਰ ਦੇ ਲਈ ਜ਼ਰੂਰੀ ਹੈਗੀ। ਇਹ ਨਾ ਤਾਂ ਵੱਧ ਹੋਣ ਅਤੇ ਨਾ ਹੀ ਘੱਟ ਹੋਣ ਠੀਕ ਹੈ, ਨਾ ਜ਼ਿਆਦਾ ਹੋਣ ਨਾ ਘੱਟ ਹੋਣ, ਇੱਕ ਬੈਲੈਂਸ ਬਣਿਆ ਹੋਵੇ, ਉਹ ਹੀ ਸੰਤੁਲਿਤ ਭੋਜਨ ਖਵਾਏਗਾ ਠੀਕ ਹੈ। ਬੈਲੈਂਸਡ ਫੂਡ ਐਪਰੋਪਰੀਏਟ ਅਮਾਊਂਟਸ ਇਨ ਆਵਰ ਡਾਈਟ ਫਾਰ ਦਾ ਗਰੋਥ ਐਂਡ ਹੈਲਥ ਆਫ ਆਵਰ ਬੋਡੀ ਇਟ ਸ਼ੁੱਡ ਹੈਵ ਦਾ presence of nutrients that are essential for us. It is neither too much nor too little ਠੀਕ ਹੈ। ਇਹ ਨਾ ਤਾਂ ਜ਼ਿਆਦਾ ਹੋਵੇ ਨਾ ਘੱਟ ਹੋਵੇ, ਜੇ ਇਸ ਦੇ ਵਿੱਚ ਇੱਕ ਬੈਲੈਂਸ ਬਣਿਆ ਹੋਣਾ ਚਾਹੀਦਾ ਹੈਗਾ, ਉਹ ਹੀ ਸੰਤੁਲਿਤ ਭੋਜਨ ਅਖਵਾਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਪਕਾਉਣ ਸਮੇਂ ਵਿਟਾਮਿਨ ਸੀ ਆਸਾਨੀ ਨਾਲ ਗਰਮੀ ਦੇ ਵਿੱਚ ਨਸ਼ਟ ਹੋ ਜਾਂਦਾ ਹੈਗਾ। ਜਦੋਂ ਆਪਾਂ ਭੋਜਨ ਨੂੰ ਪਕਾਉਂਦੇ ਹਾਂ, ਪਕਾਉਣ ਦੇ ਸਮੇਂ ਜੇਕਰ ਆਪਾਂ ਭੋਜਨ ਨੂੰ ਜ਼ਿਆਦਾ ਪਕਾ ਲਈਏ ਤਾਂ ਵਿਟਾਮਿਨ ਸੀ ਹੋਏਗਾ ਨਾ ਜਿਹੜਾ ਭੋਜਨ ਦੇ ਵਿੱਚ ਉਹ ਨਸ਼ਟ ਹੋ ਜਾਏਗਾ। ਵਿਟਾਮਿਨ ਸੀ ਇਜ਼ ਈਜ਼ੀਲੀ ਲੋਸਟ ਇਨ ਹੀਟ ਡਿਊਰਿੰਗ ਕੁਕਿੰਗ। ਕੁਕਿੰਗ ਕਰਦੇ ਸਮੇਂ ਵਿਟਾਮਿਨ ਸੀ ਹੈਗਾ ਜਿਹੜਾ ਜ਼ਿਆਦਾ ਹੀਟ 'ਤੇ ਨਸ਼ਟ ਹੋ ਜਾਂਦਾ ਹੈਗਾ ਠੀਕ ਹੈ। ਤਾਂ ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਚਾਵਲ ਦੇ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਦੂਜੇ ਪਦਾਰਥਾਂ ਦੇ ਨਾਲੋਂ ਜ਼ਿਆਦਾ ਹੁੰਦੀ ਹੈ। ਕਾਰਬੋਹਾਈਡਰੇਟ ਦੀ ਮਾਤਰਾ ਹੈਗੀ ਜਿਹੜੀ ਚਾਵਲ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈਗੀ। ਰਾਈਸ ਕੰਟੇਨਸ ਮੋਰ ਕਾਰਬੋਹਾਈਡਰੇਟਸ ਦੈਨ ਐਨੀ ਅਦਰ ਫੂਡ। ਉਸ ਤੋਂ ਬਾਅਦ ਚਰਬੀ ਦੀ ਭੋਜਨ ਵਿੱਚ ਜ਼ਿਆਦਾ ਮਾਤਰਾ ਮੋਟਾਪੇ ਦਾ ਕਾਰਨ ਬਣਦੀ ਹੈ। ਚਰਬੀ ਦੇ ਵਿੱਚ ਭੋਜਨ ਦੇ ਵਿੱਚ ਜਦੋਂ ਆਪਾਂ ਜ਼ਿਆਦਾ ਚਰਬੀ ਵਾਲਾ ਪਦਾਰਥ ਲੈਂਦੇ ਹੈਗੇ ਠੀਕ ਹੈ, ਤਾਂ ਉਹ ਆਪਣੇ ਸਰੀਰ ਨੂੰ ਮੋਟਾਪਾ ਹੋ ਜਾਏਗਾ ਉਸ ਦੇ ਨਾਲ। ਟੂ ਮੱਚ ਫੈਟ ਇਨ ਦਾ ਡਾਈਟ ਕਾਊਜ਼ਜ਼ ਓਬੈਸਿਟੀ ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਤਰੱਟੀ ਰੋਗ ਦੀ। ਤਰੱਟੀ ਰੋਗ ਜਾਂ ਘਾਟ ਦੀ ਬਿਮਾਰੀ ਇਸ ਨੂੰ ਕਹਿ ਸਕਦੇ ਹਾਂ, ਡੈਫੀਸ਼ੀਐਂਸੀ ਠੀਕ ਹੈ, ਡੈਫੀਸ਼ੀਐਂਸੀ ਡਿਸੀਜ਼ਸ। ਲੰਮੇ ਸਮੇਂ ਤੱਕ ਭੋਜਨ ਦੇ ਵਿੱਚ ਪੋਸ਼ਕ ਤੱਤਾਂ ਦੀ ਕਮੀ ਰਹਿਣ ਕਰਕੇ ਠੀਕ ਹੈ, ਪੋਸ਼ਕ ਤੱਤਾਂ ਦੀ ਘਾਟ ਵਾਲੇ ਰੋਗ ਹੋ ਜਾਂਦੇ ਨੇਗੇ। ਮਤਲਬ ਕਿ ਦੇਖੋ ਜਦੋਂ ਆਪਾਂ ਲੰਮੇ ਸਮੇਂ ਤੱਕ, ਇੱਕ ਤਾਂ ਹੋਇਆ ਚਲੋ ਆਪਾਂ ਕੋਈ ਸਫ਼ਰ ਕਰ ਰਹੇ ਹਾਂ, ਆਪਾਂ ਕਿਤੇ ਗਏ ਹੋਏ ਹਾਂ ਠੀਕ ਹੈ, ਰਸਤੇ ਦੇ ਵਿੱਚ ਟ੍ਰੇਨ ਦੇ ਵਿੱਚ ਆਪਾਂ ਕਿਤੇ ਜਾ ਰਹੇ ਹਾਂ, ਤਾਂ ਆਪਾਂ ਨੂੰ ਉੱਥੋਂ ਦਾ ਹੀ ਆਪਾਂ ਨੂੰ ਕੁਛ ਖਾਣਾ ਪਏਗਾ ਠੀਕ ਹੈ। ਜਾਂ ਆਪਾਂ ਨੂੰ ਤੁਸੀਂ ਦੇਖਿਆ ਹੀ ਹੋਣਾ ਕਿ ਆਪਾਂ ਨੂੰ ਕਈ ਵਾਰ ਤਾਂ ਨਹੀਂ ਮਿਲਦਾ ਆਪਾਂ ਨੂੰ ਕੁਛ ਖਾਣ ਨੂੰ, ਉੱਥੇ ਜਿਹੜਾ ਕੁਛ ਉਪਲਬਧ ਹੁੰਦਾ ਆਪਾਂ ਨੂੰ ਉਹੀ ਖਾਣਾ ਪੈਂਦਾ। ਪਰ ਹਾਂ ਇਹ ਤਾਂ ਹੋਇਆ ਚਲੋ ਇੱਕ ਦਿਨ ਦੀ ਗੱਲ, ਇੱਕ ਦਿਨ ਦੀ ਨਹੀਂ, 2 ਦਿਨ 3 ਦਿਨ 4 ਦਿਨ ਠੀਕ ਹੈ, ਆਪਾਂ ਇੰਨਾ ਕੁ ਟਾਈਮ ਤਾਂ ਰਹਿ ਲਏ ਅਸਲੀ ਭੋਜਨ ਦੇ ਵੱਲੋਂ ਠੀਕ ਹੈ। ਪਰ
ਜੇਕਰ ਆਪਾਂ ਜ਼ਿਆਦਾ ਸਮਾਂ ਇਸ ਤਰ੍ਹਾਂ ਕਰਦੇ ਰਹੇ ਕਿ ਆਪਾਂ ਨੂੰ ਕੁਛ ਆਪਾਂ ਨਹੀਂ ਲੈ ਰਹੇ, ਠੀਕ ਹੈ, ਆਪਾਂ ਡੇਲੀ ਹੀ ਇੱਦਾਂ ਕਰ ਰਹੇ ਹਾਂ ਕਿ ਕਦੇ ਕੁਰਕਰੇ ਲੈ ਕੇ ਖਾ ਲਏ, ਕਦੇ ਕੁਛ, ਅਸਲ ਦੇ ਵਿੱਚ ਜਿਹੜਾ ਭੋਜਨ ਆਪਾਂ ਨੂੰ ਚਾਹੀਦਾ ਹੈਗਾ, ਜਿਹੜੀਆਂ ਚੀਜ਼ਾਂ ਉਹ ਨਹੀਂ ਮਿਲੀਆਂ, ਠੀਕ ਹੈ, ਕਿੰਨੇ ਦਿਨ ਆਪਾਂ ਨੇ ਮਤਲਬ ਕਿ ਇੱਕ ਸਫ਼ਰ ਦੇ ਵਿੱਚ ਲੰਘਾ ਦਿੱਤੇ, ਤਾਂ ਆਪਾਂ ਨੂੰ ਉਹ ਪੋਸ਼ਕ ਤੱਤਾਂ ਦੀ ਘਾਟ ਹੋ ਜਾਏਗੀ ਆਪਣੀ ਬੋਡੀ ਨੂੰ, ਅਤੇ ਉਹ ਰੋਗ ਬਣ ਜਾਣਗੇ। ਇੱਕ ਪੋਸ਼ਕ ਤੱਤਾਂ ਦੀ ਘਾਟ ਵਾਲੇ ਰੋਗ ਆਪਾਂ ਜਿਹੜੇ ਕਹਿ ਸਕਦੇ ਹਾਂ, ਘਾਟ ਦੀ ਬਿਮਾਰੀ, ਠੀਕ ਹੈ, ਡੈਫੀਸ਼ੀਐਂਸੀ ਹੋ ਜਾਏਗੀ ਆਪਾਂ ਨੂੰ ਇੱਕ। ਤਾਂ ਉਹ ਕਿਹੜੇ ਚੀਜ਼ ਦੀ ਘਾਟ ਦੇ ਨਾਲ ਕਿਹੜਾ ਰੋਗ ਹੁੰਦਾ ਹੈਗਾ, ਉਹ ਆਪਾਂ ਇਸ ਦੇ ਵਿੱਚ ਗੱਲ ਕਰਾਂਗੇ। ਲੈਕ ਆਫ ਨਿਊਟ੍ਰੀਐਂਟਸ ਡਿਊ ਟੂ ਪ੍ਰੋਲੋਂਗਡ ਲੈਕ ਆਫ ਨਿਊਟ੍ਰੀਐਂਟਸ ਇਨ ਦਾ ਡਾਈਟ ਗੈਟ ਡਿਸੀਜ਼ਸ, ਠੀਕ ਹੈ, ਵੀ ਜੇਕਰ ਆਪਾਂ ਜ਼ਿਆਦਾ ਸਮਾਂ ਇਸ ਨੂੰ ਭੋਜਨ ਨੂੰ ਨਹੀਂ ਲੈਂਦੇ, ਸੰਤੁਲਿਤ ਭੋਜਨ ਨੂੰ, ਤਾਂ ਆਪਾਂ ਨੂੰ ਰੋਗ ਹੋ ਸਕਦੇ ਨੇ ਘਾਟ ਵਾਲੇ। ਸੰਤੁਲਿਤ ਆਹਾਰ ਦੁਆਰਾ ਇਹਨਾਂ ਸਾਰੇ ਘਾਟ ਵਾਲੇ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸੰਤੁਲਿਤ ਭੋਜਨ ਲੈ ਕੇ ਆਪਾਂ ਇਹਨਾਂ ਸਾਰੇ ਰੋਗਾਂ ਨੂੰ ਦੂਰ ਕਰ ਸਕਦੇ ਹਾਂ ਜਿਹੜੇ ਕਿ ਘਾਟ ਦੇ ਕਾਰਨ ਹੁੰਦੇ ਨੇ। ਸੰਤੁਲਿਤ ਭੋਜਨ ਆਪਾਂ ਤੁਹਾਨੂੰ ਦੱਸਿਆ ਕਿ ਬੈਲੈਂਸ ਹੋਣਾ ਚਾਹੀਦਾ, ਕਿ ਸਾਰੇ ਜਿਹੜੇ ਇਸ ਦੇ ਵਿੱਚ ਕੰਪੋਨੈਂਟ ਹੁੰਦੇ ਨੇ ਭੋਜਨ ਦੇ ਵਿੱਚ। ਆਲ ਦੀਜ਼ ਡੈਫੀਸ਼ੀਐਂਸੀ ਡਿਸੀਜ਼ਸ ਕੈਨ ਬੀ ਕਿਉਰਡ ਬਾਏ ਦਾ ਬੈਲੈਂਸਡ ਡਾਈਟ, ਠੀਕ ਹੈ, ਸੰਤੁਲਿਤ ਭੋਜਨ ਲੈ ਕੇ ਇਹਨਾਂ ਨੂੰ ਆਪਾਂ ਦੂਰ ਕਰ ਸਕਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਟੀਨ ਦੀ ਘਾਟ, ਠੀਕ ਹੈ, ਪ੍ਰੋਟੀਨ ਦੀ ਘਾਟ। ਪ੍ਰੋਟੀਨ ਦੀ ਘਾਟ ਦੇ ਨਾਲ ਕੀ ਹੁੰਦਾ ਹੈ, ਵਾਧਾ ਘੱਟ ਹੋਣਾ, ਠੀਕ ਹੈ, ਆਪਣੀ ਬੋਡੀ ਹੈ ਜਿਹੜੀ ਉਸ ਦੀ ਗਰੋਥ ਦਾ ਘੱਟ ਹੋਣਾ ਗਾ, ਠੀਕ ਹੈ, ਇਹ ਪ੍ਰੋਟੀਨ ਦੀ ਘਾਟ ਦੇ ਨਾਲ ਹੁੰਦਾ। ਚਿਹਰੇ ਦਾ ਸੋਜਾ, ਚਿਹਰੇ 'ਤੇ ਸੋਜਾ ਆ ਜਾਂਦਾ ਹੈਗਾ ਜੇਕਰ ਪ੍ਰੋਟੀਨ ਦੀ ਘਾਟ ਹੋਵੇ। ਵਾਲਾਂ ਦਾ ਰੰਗ ਉੱਡ ਜਾਂਦਾ ਹੈਗਾ, ਠੀਕ ਹੈ, ਪੇਚਿਸ ਹੋ ਜਾਂਦੇ, ਤਵਚਾ ਦੀਆਂ ਬਿਮਾਰੀਆਂ, ਠੀਕ ਹੈ, ਸਕਿਨ ਪ੍ਰੋਬਲਮਸ ਜਿਹੜੀਆਂ ਆਪਣੀਆਂ ਹੁੰਦੀਆਂ ਨੇ ਉਹ ਪ੍ਰੋਟੀਨ ਦੀ ਘਾਟ ਦੇ ਕਾਰਨ ਹੀ ਹੁੰਦੀਆਂ ਨੇ। ਜਿਹੜਾ ਵਿਅਕਤੀ ਆਪਾਂ ਨੂੰ ਲੱਗਦਾ ਹੈ ਕਿ ਇਸ ਦੀ ਗਰੋਥ ਨਹੀਂ ਹੋਈ ਬੋਡੀ ਦੀ, ਉਹ ਵੀ ਪ੍ਰੋਟੀਨ ਕਰਕੇ ਹੈਗੀ। ਚਿਹਰੇ ਦਾ ਸੋਜਾ ਜਾਂ ਕੁਛ ਵੀ ਇਸ ਤਰ੍ਹਾਂ ਦੀਆਂ ਜੋ ਤੁਹਾਨੂੰ ਇਹ ਦੱਸਿਆਗਾ, ਇਹ ਪ੍ਰੋਟੀਨ ਦੀ ਘਾਟ ਕਰਕੇ ਹੀ ਹੁੰਦੀਆਂ ਨੇ, ਠੀਕ ਹੈ, ਪ੍ਰੋਟੀਨ ਡੈਫੀਸ਼ੀਐਂਸੀ ਇਸ ਨੂੰ ਕਹਿ ਸਕਦੇ ਹਾਂ। ਡਿਕਰੀਜ਼ਡ ਗਰੋਥ, ਠੀਕ ਹੈ, ਸਵੈਲਿੰਗ ਆਫ ਦਾ ਫੇਸ, ਠੀਕ ਹੈ, ਡਿਸਕੋਲਰੇਸ਼ਨ ਆਫ ਦਾ ਹੇਅਰ, ਠੀਕ ਹੈ, ਡਾਇਸਟੈਂਟਰੀ, ਠੀਕ ਹੈ, ਕੀ ਹੈਗਾ ਇਹ, ਡਾਇਸੈਂਟਰੀ, ਠੀਕ ਹੈ, ਸਕਿਨ ਡਿਸੀਜ਼ ਹੋ ਸਕਦੇ ਨੇ ਇਸ ਦੇ ਨਾਲ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਘਾਟ। ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਦੋਨਾਂ ਦੀ ਘਾਟ ਦੇ ਨਾਲ ਦੇਖੋ ਵਾਧਾ ਬਿਲਕੁਲ ਨਹੀਂ ਹੋਏਗਾ। ਜੇਕਰ ਦੋਨਾਂ ਚੀਜ਼ਾਂ ਦੀ ਘਾਟ ਹੋ ਜਾਏਗੀ, ਦੇਖੋ ਪ੍ਰੋਟੀਨ ਦੀ ਘਾਟ ਦੇ ਨਾਲ ਵਾਧਾ ਘੱਟ ਹੋਏਗਾ, ਪਰ ਜਦੋਂ ਇਹਨਾਂ ਦੋਨਾਂ ਦੀ ਘਾਟ ਹੋ ਗਈ ਤਾਂ ਵਾਧਾ ਹੋਵੇਗਾ ਹੀ ਨਹੀਂ, ਠੀਕ ਹੈ। ਇੱਕ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਬਹੁਤੇ ਲੋਕ ਦਾ ਸਰੀਰ ਰੁਕ ਜਾਂਦਾ ਹੈਗਾ ਛੋਟੀ ਉਮਰ ਦੇ ਵਿੱਚ ਹੀ, ਤਾਂ ਉਹ ਘਾਟ ਹੁੰਦੀ ਹੈਗੀ। ਇੰਨੀ ਘਾਟ, ਕੋਈ ਜ਼ਿਆਦਾ ਘਾਟ ਹੁੰਦੀ ਹੈ, ਕੋਈ ਇਸ ਤੋਂ ਵੀ ਜ਼ਿਆਦਾ ਘਾਟ ਇਸ ਤਰ੍ਹਾਂ ਹੋ ਸਕਦਾ ਹੈਗਾ, ਠੀਕ ਹੈ। ਵਿਅਕਤੀ ਬਿਲਕੁਲ ਦੁਬਲਾ ਹੋ ਜਾਵੇਗਾ ਅਤੇ ਚੱਲਣ ਤੋਂ ਅਸਮਰੱਥ ਹੋ ਜਾਏਗਾ ਉਹ ਬੰਦਾ, ਠੀਕ ਹੈ, ਉਸ ਤੋਂ ਚੱਲਿਆ ਵੀ ਨਹੀਂ ਜਾਏਗਾ, ਇੰਨੀ ਕੁ ਵੀ ਊਰਜਾ ਨਹੀਂ ਹੋਏਗੀ। ਪਹਿਲੀ ਗੱਲ ਤਾਂ ਦੇਖੋ ਪ੍ਰੋਟੀਨ ਨਹੀਂ ਹੈ ਉਸ ਦੇ ਵਿੱਚ, ਪ੍ਰੋਟੀਨ ਮਤਲਬ ਕਿ ਉਸ ਦੀ ਗਰੋਥ ਹੀ ਨਹੀਂ ਹੋਈ, ਠੀਕ ਹੈ। ਪੈਰ ਆਪਣੇ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਜੇਕਰ ਆਪਣੇ ਸਰੀਰ ਦਾ ਗਰੋਥ ਹੋਏਗੀ, ਠੀਕ ਹੈ, ਉਹ ਪੈਰ ਆਪਣੇ ਇਸ ਤਰ੍ਹਾਂ ਸ਼ੇਪ ਲੈਣਗੇ, ਠੀਕ ਹੈ, ਪ੍ਰੋਟੀਨ ਦੇ ਨਾਲ, ਕਿ ਆਪਣਾ ਬੈਲੈਂਸ ਬਣਾ ਸਕਣ ਆਪਣੀ ਬੋਡੀ ਦਾ। ਚੱਲਿਆ ਨਹੀਂ ਜਾਏਗਾ ਜੇਕਰ ਉਸ ਦਾ ਗਰੋਥ ਨਹੀਂ ਹੋਏਗੀ। ਉਸ ਤੋਂ ਬਿਨਾਂ ਦੇਖੋ ਊਰਜਾ ਨਹੀਂ ਹੋਏਗੀ, ਠੀਕ ਹੈ। ਊਰਜਾ ਆਪਾਂ ਨੂੰ ਕਿੱਥੋਂ ਮਿਲਦੀ ਹੈ, ਕਾਰਬੋਹਾਈਡਰੇਟ। ਜੇਕਰ ਦੋਨਾਂ ਚੀਜ਼ਾਂ ਦੀ ਇੱਥੇ ਆਪਣੇ ਸਰੀਰ ਨੂੰ ਘਾਟ ਹੋ ਜਾਂਦੀ ਹੈ ਤਾਂ ਆਪਾਂ ਕਿਵੇਂ ਚੱਲ ਫਿਰ ਸਕਾਂਗੇ। ਦੁਬਲਾ ਪਤਲਾ ਆਪਣਾ ਤੁਸੀਂ ਦੇਖਿਆ ਹੋਣਾ ਕਿ ਚੈਸਟ ਦੀਆਂ ਹੱਡੀਆਂ ਦਿਸਣ ਲੱਗ ਜਾਂਦੀਆਂ ਨੇ, ਠੀਕ ਹੈ। ਤਾਂ ਇਸ ਤਰ੍ਹਾਂ ਇਹਨਾਂ ਦੀ ਘਾਟ ਦੇ ਨਾਲ ਹੁੰਦਾ ਹੈਗਾ ਉਹ, ਠੀਕ ਹੈ। ਲੈਕ ਆਫ ਪ੍ਰੋਟੀਨ ਐਂਡ ਕਾਰਬੋਹਾਈਡਰੇਟ ਵਿਲ ਨੋਟ ਇਨਕਰੀਜ਼ ਐਟ ਆਲ, ਪਰਸਨ ਵਿਲ ਬੀ ਕੰਪਲੀਟਲੀ ਲੀਨ ਐਂਡ ਅਨੇਬਲ ਟੂ ਵਰਕ, ਠੀਕ ਹੈ। ਇਹ ਚੱਲਣ ਤੋਂ ਵੀ ਇੱਕ ਤਰ੍ਹਾਂ ਵਾਂਝਾ ਹੋ ਜਾਏਗਾ ਉਹ ਵਿਅਕਤੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਵਿਟਾਮਿਨਸ ਦੀ ਘਾਟ। ਵਿਟਾਮਿਨ ਏ 'ਤੇ ਆ ਜਾਂਦੇ ਹਾਂ ਪਹਿਲਾਂ, ਠੀਕ ਹੈ। ਉਸ ਦੇ ਵਿੱਚ ਦੇਖੋ ਅੰਧਰਾਤਾ ਆ ਗਿਆ ਵਿਟਾਮਿਨ ਏ ਦੀ ਘਾਟ ਦੇ ਨਾਲ, ਠੀਕ ਹੈ। ਡਾਰਕਨੈਸ ਕਹਿ ਸਕਦੇ ਹਾਂ, ਬਲਾਈਂਡਨੈਸ ਵੀ ਕਹਿ ਸਕਦੇ ਹਾਂ। ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਕੰਪਲੀਟਲੀ ਬਲਾਈਂਡਨੈਸ ਹੋ ਸਕਦੀ ਹੈ ਜਾਂ ਨਾਈਟ ਬਲਾਈਂਡਨੈਸ ਹੋ ਸਕਦੀ ਹੈ, ਰਾਤ ਨੂੰ ਘੱਟ ਦਿਸਣਾ ਜਾਂ ਰਾਤ ਨੂੰ ਨਾ ਦਿਸਣਾ। ਇਸ ਦੇ ਵਿੱਚ ਉਹ ਇੱਕ ਤਰ੍ਹਾਂ ਕੁਆਂਟਿਟੀ ਦੇ ਹਿਸਾਬ ਨਾਲ ਹੈਗਾ, ਠੀਕ ਹੈ। ਕਈ ਵਾਰ ਦਿਨ 'ਚ ਵੀ ਦਿਸਣਾ ਹਟ ਜਾਂਦਾ ਵਿਅਕਤੀ ਨੂੰ, ਵੈਸੇ ਤਾਂ ਇਹ ਰਾਤ ਦੇ ਨਾਲ ਸੰਬੰਧਿਤ ਹੈ। ਦੇਖੋ ਜੇਕਰ ਘੱਟ ਪ੍ਰੋਬਲਮ ਹੋਏਗੀ ਬੰਦੇ ਨੂੰ, ਠੀਕ ਹੈ, ਵਿਟਾਮਿਨ ਥੋੜ੍ਹੀ ਮਾਤਰਾ ਦੇ ਵਿੱਚ ਹੀ ਉਸ ਦੀ ਬੋਡੀ ਦੇ ਵਿੱਚ ਕਮੀ ਹੋਏਗੀ ਤਾਂ ਉਸ ਨੂੰ ਰਾਤ ਨੂੰ ਘੱਟ ਦਿਸੇਗਾ। ਜੇਕਰ ਜ਼ਿਆਦਾ ਕਮੀ ਹੋਏਗੀ ਤਾਂ ਰਾਤ ਨੂੰ ਹੋਰ ਘੱਟ ਦਿਸੇਗਾ। ਜੇਕਰ ਜਮੀ ਵਿਟਾਮਿਨ ਏ ਦੀ ਕਮੀ ਹੋਏਗੀ ਬੰਦੇ ਨੂੰ ਤਾਂ ਰਾਤ ਨੂੰ ਜਮੀ ਨਹੀਂ ਦਿਸੇਗਾ, ਠੀਕ ਹੈ। ਉਹ ਕੰਪਲੀਟਲੀ ਬਲਾਈਂਡ ਹੋ ਜਾਏਗਾ ਰਾਤ ਨੂੰ। ਇਸ ਹਿਸਾਬ ਦੇ ਨਾਲ ਇਹ ਹੋਏਗਾ। ਉਸ ਤੋਂ ਬਾਅਦ ਦੇਖੋ ਆਪਾਂ ਇਸ ਦੇ ਲੱਛਣ ਕੀ ਹੁੰਦੇ ਨੇ, ਆਪਾਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਉਸ ਵਿਅਕਤੀ ਨੂੰ ਕਮੀ ਹੈਗੀ ਵਿਟਾਮਿਨ ਏ ਦੀ, ਠੀਕ ਹੈ। ਕਮਜ਼ੋਰ ਨਿਗਾਹ, ਜਿਸ ਵਿਅਕਤੀ ਦੀ ਨਿਗਾਹ ਕਮਜ਼ੋਰ ਹੋਏਗੀ ਉਸ ਨੂੰ ਵਿਟਾਮਿਨ ਏ ਦੀ ਕਮੀ, ਰਾਤ ਨੂੰ ਘੱਟ ਦਿਸਣਾ, ਠੀਕ ਹੈ, ਰਾਤ ਨੂੰ ਘੱਟ ਦਿਸੇਗਾ ਉਸ ਵਿਅਕਤੀ ਨੂੰ।
ਤੇ ਕਦੇ-ਕਦੇ ਪੂਰਨ ਦਿਖਣਾ ਬੰਦ ਹੋ ਜਾਣਾ। ਕਦੇ-ਕਦੇ ਐਵੇਂ ਲੱਗੇਗਾ ਕਿ ਯਾਰ ਮੇਰੇ ਤਾਂ ਹਨੇਰਾ ਆ ਗਿਆ ਅੱਖਾਂ ਅੱਗੇ, ਜਿਵੇਂ ਕਿ ਆਪਾਂ ਕਹਿੰਦੇ ਹੁੰਦੇ ਹਾਂ, ਉਹ ਵਿਟਾਮਿਨ ਏ ਦੀ ਕਮੀ ਹੀ ਹੁੰਦੀ ਹੈ ਰਾਤ ਨੂੰ, ਠੀਕ ਹੈ। ਜ਼ਿਆਦਾਤਰ ਦੇਖੋ ਵੀਕ ਆਈਸਾਈਟ, ਠੀਕ ਹੈ, ਡਿਕਰੀਜ਼ਡ ਵਿਜ਼ਨ ਐਟ ਨਾਈਟ, ਉਸ ਤੋਂ ਬਾਅਦ ਸਮਟਾਈਮਸ ਕੰਪਲੀਟ ਲੋਸ ਆਫ ਵਿਜ਼ਨ, ਕੰਪਲੀਟਲੀ ਲੋਸ ਹੋ ਜਾਏਗੀ ਵਿਜ਼ਨ, ਠੀਕ ਹੈ। ਤਾਂ ਉਸ ਤੋਂ ਬਾਅਦ ਦੇਖੋ ਵਿਟਾਮਿਨ ਬੀ ਦੀ ਗੱਲ ਕਰ ਲੈਂਦੇ ਹਾਂ। ਵਿਟਾਮਿਨ ਬੀ ਦੀ ਘਾਟ ਅਤੇ ਲੱਛਣ। ਵਿਟਾਮਿਨ ਬੀ ਦੀ ਘਾਟ ਦੇ ਨਾਲ ਵੇਰੀ ਹੁੰਦਾ ਹੈਗਾ, ਠੀਕ ਹੈ। ਇਹ ਬੀ ਹੈਗਾ ਜਿਹੜਾ ਕੰਪਲੈਕਸ ਦੇ ਵਿੱਚ ਆਉਂਦਾ ਹੈ। ਬੀ ਦੇ ਵਿੱਚ ਹੋਰ ਵੀ ਇਸ 'ਤੇ ਆ ਜਾਂਦੇ ਨੇ ਕਿ ਆਪਾਂ ਅੱਗੇ ਅਗਲੀਆਂ ਕਲਾਸਾਂ ਦੇ ਵਿੱਚ ਉਸ ਨੂੰ ਤੁਹਾਡੀ ਗੱਲ ਕਰਾਂਗੇ ਇਸ ਦੀ। ਇਸ ਕਲਾਸ ਦੇ ਵਿੱਚ ਇਹ ਨਹੀਂ ਸੀਗਾ, ਜੋ ਕਲਾਸ ਦਾ ਲੈਵਲ 7ਵੀਂ 8ਵੀਂ ਦੇ ਵਿੱਚ ਜਦੋਂ ਇਹ ਚੈਪਟਰ ਆਏਗਾ ਉੱਥੇ ਆਪਾਂ ਗੱਲ ਕਰਾਂਗੇ। ਉਸ ਤੋਂ ਬਾਅਦ ਦੇਖੋ ਇਸ ਦੇ ਲੱਛਣ ਕੀ ਨੇਗੇ। ਦੁਰਬਲ ਪੇਸ਼ੀਆਂ, ਠੀਕ ਹੈ, ਵੀਕ ਹੋ ਜਾਂਦੇ ਨੇ ਮਸਲਸ ਜਿਹੜੇ, ਠੀਕ ਹੈ। ਕੰਮ ਕਰਨ ਦੀ ਊਰਜਾ ਦੇ ਵਿੱਚ ਕਮੀ ਆ ਜਾਂਦੀ ਹੈ ਕਿ ਲੈਕ ਆਫ ਐਨਰਜੀ ਟੂ ਵਰਕ, ਕੰਮ ਕਰਨ ਦੀ ਜਿਹੜੀ ਊਰਜਾ ਹੋਏਗੀ ਉਹ ਘਟ ਜਾਏਗੀ, ਠੀਕ ਹੈ, ਇੱਕ ਤਰ੍ਹਾਂ। ਉਸ ਤੋਂ ਬਾਅਦ ਵਿਟਾਮਿਨ ਸੀ ਦੀ ਘਾਟ ਅਤੇ ਲੱਛਣ। ਸੀ ਦੀ ਘਾਟ ਦੇ ਨਾਲ ਸ਼ੱਕਰ ਵੀ ਹੁੰਦਾ ਹੈਗਾ। ਇਹ ਚੀਜ਼ਾਂ ਤੁਸੀਂ ਨੇ ਯਾਦ ਕਰਦੀਆਂ ਨੇ, ਇੱਕ ਤਰ੍ਹਾਂ ਤੁਸੀਂ ਨੋਟਸ ਬਣਾ ਸਕਦੇ ਹੋ ਕਿ ਦੇਖੋ ਕਿਸ ਵਿਟਾਮਿਨ ਦੀ ਘਾਟ ਦੇ ਨਾਲ ਕਿਹੜਾ ਰੋਗ ਹੋ ਰਿਹਾ। ਨਾਲ ਦੀ ਨਾਲ ਤੁਸੀਂ ਚਾਹੇ ਤਾਂ ਹੁਣੇ ਵੀਡੀਓ ਜਦੋਂ ਤੁਸੀਂ ਦੇਖ ਰਹੇ ਹੋ, ਠੀਕ ਹੈ, ਤਾਂ ਤੁਸੀਂ ਹੁਣ ਇਸ ਨੂੰ ਨੋਟਸ ਬਣਾ ਸਕਦੇ ਹੋ ਵੀਡੀਓ ਨੂੰ ਰੋਕ ਕੇ, ਅਤੇ ਜਾਂ ਫਿਰ ਤੁਸੀਂ ਨੇ ਕੀ ਕਰਨਾ ਹੈਗਾ, ਬਾਅਦ ਦੇ ਵਿੱਚ ਇੱਕ ਵਾਰ ਵੀਡੀਓ ਨੂੰ ਦੁਬਾਰਾ ਦੇਖ ਕੇ ਨੋਟਸ ਬਣਾ ਸਕਦੇ ਹੋ ਜਾਂ ਸਕਰੀਨਸ਼ਾਟ ਲੈ ਕੇ ਚੱਲ ਸਕਦੇ ਹੋ। ਸ਼ੱਕਰ ਵੀ ਰੋਗ ਹੁੰਦਾ ਹੈਗਾ ਇਸ ਦੇ ਨਾਲ, ਠੀਕ ਹੈ। ਇਸ ਦੇ ਲੱਛਣ ਕੀ ਹੁੰਦੇ ਨੇ। ਮਸੂੜਿਆਂ ਦੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹੈਗਾ, ਠੀਕ ਹੈ। ਦੰਦਾਂ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਉੱਥੋਂ ਆਪਾਂ ਨੂੰ ਇੱਕ ਤਰ੍ਹਾਂ ਖੂਨ ਲੱਗਣ ਲੱਗ ਜਾਂਦਾ ਕਿ ਖੂਨ ਨਿਕਲ ਰਿਹਾ ਹੈਗਾ, ਉਹ ਵਿਟਾਮਿਨ ਸੀ ਦੀ ਘਾਟ ਦੇ ਕਾਰਨ ਹੀ ਹੁੰਦਾ ਹੈ। ਜ਼ਖਮ ਭਰਨ ਦੇ ਵਿੱਚ ਸਮਾਂ ਲੱਗਦਾ ਹੈਗਾ, ਠੀਕ ਹੈ। ਬਲੀਡਿੰਗ ਫਰੋਮ ਦਾ ਜਮਸ, ਠੀਕ ਹੈ। ਟੇਕਿੰਗ ਟਾਈਮ ਟੂ ਹੀਲ, ਜ਼ਿਆਦਾ ਸਮਾਂ ਲੱਗਦਾ ਹੈਗਾ ਜ਼ਖਮ ਨੂੰ ਭਰਨ ਦੇ ਵਿੱਚ। ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਕਿਸੇ ਵਿਅਕਤੀ ਨੂੰ ਸ਼ੂਗਰ ਹੈ ਤਾਂ ਉਸ ਦਾ ਜਿਹੜਾ ਜ਼ਖਮ ਹੋਏਗਾ ਉਹ ਜਲਦੀ ਸੈੱਟ ਨਹੀਂ ਹੁੰਦਾ, ਠੀਕ ਹੈ। ਇਸੇ ਤਰ੍ਹਾਂ ਵਿਟਾਮਿਨ ਸੀ ਦੇ ਵਿੱਚ ਕਿ ਜ਼ਖਮ ਨੂੰ ਭਰਨ ਦੇ ਵਿੱਚ ਸਮਾਂ ਲੱਗਦਾ। ਵਿਟਾਮਿਨ ਡੀ ਦੀ ਗੱਲ ਕਰਦੇ ਹਾਂ ਹੁਣ ਆਪਾਂ, ਠੀਕ ਹੈ। ਰਿਕਟਸ ਰੋਗ ਹੁੰਦਾ ਹੈਗਾ ਇਸ ਦੇ ਨਾਲ, ਰਿਕਟਸ ਕਹਿ ਸਕਦੇ ਹਾਂ ਇਸ ਨੂੰ। ਰਿਕਟਸ ਰੋਗ ਹੁੰਦਾ ਹੈਗਾ ਵਿਟਾਮਿਨ ਡੀ ਦੀ ਘਾਟ ਦੇ ਨਾਲ। ਵਿਟਾਮਿਨ ਡੀ ਦੇ ਵਿੱਚ ਕੀ ਆ ਜਾਂਦਾ ਹੈਗਾ, ਹੱਡੀਆਂ ਦਾ ਨਰਮ ਹੋਣਾ, ਠੀਕ ਹੈ। ਵਿਟਾਮਿਨ ਡੀ ਹੱਡੀਆਂ ਦਾ ਨਰਮ ਹੋਣਾ ਜਾਂ ਹੱਡੀਆਂ ਮੁੜਨ ਲੱਗ ਜਾਂਦੀਆਂ ਨੇ, ਠੀਕ ਹੈ। ਇੱਕ ਤਰ੍ਹਾਂ ਸ਼ੇਪ ਚੇਂਜ ਹੋਣ ਲੱਗ ਜਾਂਦੀ ਹੈ ਹੱਡੀਆਂ ਦੀ, ਠੀਕ ਹੈ। ਸੌਫਟਨਿੰਗ ਐਂਡ ਟਵਿਸਟਿੰਗ ਆਫ ਬੋਨਸ, ਠੀਕ ਹੈ, ਮਤਲਬ ਕਿ ਹੱਡੀਆਂ ਨਰਮ ਹੋ ਜਾਂਦੀਆਂ ਨੇ, ਸੌਫਟ ਹੋ ਜਾਂਦੀਆਂ ਨੇ ਇੱਕ ਤਰ੍ਹਾਂ। ਤਾਂ ਉਸ ਤੋਂ ਬਾਅਦ ਗੱਲ ਕਰ ਲੈਂਦੇ ਹੈਗੇ ਵਿਟਾਮਿਨ ਈ ਦੀ। ਵਿਟਾਮਿਨ ਈ ਦੇ ਨਾਲ ਦੇਖੋ ਇਨਫਰਟੀਲਿਟੀ ਆ ਜਾਂਦੀ ਹੈ ਕਿ ਇਸ ਦੇ ਨਾਲ ਬਾਂਝਪਨ ਦੀ ਆਪਾਂ ਕਹਿ ਸਕਦੇ ਹਾਂ ਇੱਕ ਪ੍ਰੋਬਲਮ ਹੋ ਸਕਦੀ ਹੈ ਵਿਟਾਮਿਨ ਈ ਦੀ ਘਾਟ ਦੇ ਨਾਲ, ਠੀਕ ਹੈ। ਤਾਂ ਕਰਕੇ ਦੇਖੋ ਆਪਾਂ ਨੇ ਦੇਖਿਆ ਹੋਏਗਾ ਕਿ ਜਿਹੜੇ ਹਰੇ ਜਿਹੇ ਕੈਪਸੂਲ ਹੁੰਦੇ ਨੇ, ਇੱਕ ਪਾਣੀ ਜਿਹਾ ਭਰਿਆ ਹੁੰਦਾ ਹੈਗਾ, ਜੈਲਸ ਜੀ ਹੁੰਦੀ ਹੈ ਉਸ ਦੇ ਵਿੱਚ, ਉਹ ਵਿਟਾਮਿਨ ਈ ਦੇ ਵਾਲੇ ਹੁੰਦੇ ਨੇਗੇ, ਠੀਕ ਹੈ। ਉਹ ਦਿੱਤੇ ਜਾਂਦੇ ਨੇ ਡਾਕਟਰ ਦੇ ਵੱਲੋਂ, ਠੀਕ ਹੈ। ਬਾਂਝਪਨ ਦੀ ਇੱਕ ਇਸ ਦੇ ਨਾਲ ਬਿਮਾਰੀ ਹੋ ਸਕਦੀ ਹੈ ਕਿ ਰੋਗ ਜਨਨ ਕਿਰਿਆ ਨਾਲ ਸੰਬੰਧਿਤ ਕਮੀ ਆ ਜਾਂਦੀ ਹੈ ਕਿ ਇਸ ਦੇ ਵਿੱਚ ਜਿਹੜੀ ਵਿਟਾਮਿਨ ਈ ਦੀ ਘਾਟ ਹੈਗੀ, ਠੀਕ ਹੈ। ਡਿਕਰੀਜ਼ਿੰਗਨੈਸ, ਠੀਕ ਹੈ, ਇਨ ਰਿਪਰੋਡਕਟਿਵ ਫੰਕਸ਼ਨ, ਰੀਪਰੋਡਕਸ਼ਨ ਦੇ ਵਿੱਚ ਇਸ ਦੇ ਨਾਲ ਕਮੀ ਆਉਂਦੀ ਹੈਗੀ ਵਿਟਾਮਿਨ ਈ ਦੀ ਘਾਟ ਦੇ ਨਾਲ। ਉਸ ਤੋਂ ਬਾਅਦ ਵਿਟਾਮਿਨ ਕੇ ਦੀ ਗੱਲ ਕਰ ਲੈਂਦੇ ਹੈਗੇ। ਖੂਨ ਜਲਦੀ ਨਾ ਜੰਮਣਾ, ਠੀਕ ਹੈ। ਬਲੱਡ ਕਲੌਟਿੰਗ ਡਿਸੀਜ਼, ਮਤਲਬ ਕਿ ਜਿਹੜੇ ਖੂਨ ਦੇ ਦੇਖਿਆ ਹੋਏਗਾ ਜਦੋਂ ਜ਼ਿਆਦਾ ਮਾਤਰਾ ਦੇ ਵਿੱਚ ਖੂਨ ਵਗ ਰਿਹਾ ਨਾ ਕਿਸੇ ਵਿਅਕਤੀ ਦਾ, ਤਾਂ ਇੱਕ ਤਰ੍ਹਾਂ ਉਸ ਦੇ ਕਤਲੇ ਆਉਂਦੇ ਨੇ ਖੂਨ ਦੇ, ਇੱਕ ਤਰ੍ਹਾਂ ਕਿ ਉਹ ਜੰਮ ਕੇ ਖੂਨ ਆਪਾਂ ਨੂੰ ਲੱਗਦਾ ਕਿ ਨਿਕਲ ਰਿਹਾ, ਠੀਕ ਹੈ। ਖੂਨ ਅਸਲ ਦੇ ਵਿੱਚ ਆਪਣਾ ਜਿਹੜਾ ਬੋਡੀ ਹੈਗੀ ਨਾ, ਬੋਡੀ ਇਹੋ ਜਿਹਾ ਇੱਕ ਪਦਾਰਥ ਤਿਆਰ ਕਰਦੀ ਹੁੰਦੀ ਹੈ ਕਿ ਖੂਨ ਆਪਣਾ ਨਾ ਜੰਮੇ, ਆਪਣੀ ਬੋਡੀ ਦੇ ਵਿੱਚ ਰਹਿੰਦਾ ਹੈਗਾ ਜਿੰਨਾ ਟਾਈਮ ਖੂਨ, ਠੀਕ ਹੈ, ਉਹ ਆਪਣੀ ਬੋਡੀ ਦੇ ਵਿੱਚ ਹੀ ਹੋ ਸਕਦਾ ਹੈਗਾ। ਜ਼ਿਆਦਾ ਜਦੋਂ ਉਹ ਆਪਣੇ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ ਹੈਗਾ, ਉਸ ਨੂੰ ਬਾਹਰਲੀ ਹਵਾ ਲੱਗਦੀ ਹੈ ਤਾਂ ਉਹ ਜੰਮਣ ਲੱਗ ਜਾਂਦਾ ਹੈਗਾ ਖੂਨ, ਠੀਕ ਹੈ। ਤਾਂ ਉਹ ਜਦੋਂ ਬਾਹਰਲੀ ਹਵਾ ਲੱਗਦੀ ਹੈ, ਉਹ ਖੂਨ ਜੰਮਣ ਦਾ ਕਾਰਨ ਇਹ ਹੁੰਦਾ ਹੈਗਾ ਕਿ ਆਪਣੀ ਬੋਡੀ ਦੇ ਵਿੱਚ ਵਿਟਾਮਿਨ ਕੇ ਹੁੰਦੀ ਹੈਗੀ। ਜੇਕਰ ਵਿਟਾਮਿਨ ਕੇ ਨਾ ਹੋਵੇ ਤਾਂ ਉਹ ਖੂਨ ਨਹੀਂ ਜੰਮੇਗਾ, ਖੂਨ ਇਸ ਤਰ੍ਹਾਂ ਹੀ ਲੋਸ ਹੁੰਦੀ ਜਾਏਗੀ ਖੂਨ ਦੀ, ਤਾਂ ਵਿਅਕਤੀ ਦੀ ਡੈਥ ਵੀ ਹੋ ਸਕਦੀ ਹੈਗੀ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਖੂਨ ਦੇ ਉੱਪਰ ਇੱਕ ਤਰ੍ਹਾਂ ਸਿੱਕਰੀ ਆਉਣ ਲੱਗ ਜਾਂਦੀ ਹੈ, ਉਹ ਕਾਰਨ ਇਹੀ ਹੋਇਆ ਕਿ ਵਿਟਾਮਿਨ ਕੇ ਦੇ ਕਰਕੇ ਇੱਕ ਤਰ੍ਹਾਂ ਗਤਲਾ ਬਣ ਜਾਏਗਾ, ਖੂਨ ਜੰਮਣ ਲੱਗ ਜਾਏਗਾ, ਠੀਕ ਹੈ। ਸੱਟ ਲੱਗਣ 'ਤੇ ਖੂਨ ਜਲਦੀ ਨਹੀਂ ਜੰਮਦਾ, ਤਾਂ ਉਹ ਵਿਟਾਮਿਨ ਬੀ ਦੀ ਕਾਰਨ ਕਰਕੇ ਹੀ ਹੁੰਦਾ ਹੈਗਾ, ਵਿਟਾਮਿਨ ਕੇ ਦੀ ਕਾਰਨ, ਠੀਕ ਹੈ, ਘਾਟ ਕਰਕੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਕੈਲਸ਼ੀਅਮ ਦੀ। ਕੈਲਸ਼ੀਅਮ ਦੀ ਘਾਟ ਦੇ ਨਾਲ ਕੀ ਹੁੰਦਾ ਹੈਗਾ, ਹੱਡੀਆਂ ਅਤੇ ਦੰਦ ਪ੍ਰਭਾਵਿਤ ਹੁੰਦੇ ਨੇ ਕੈਲਸ਼ੀਅਮ ਦੀ ਘਾਟ ਕਰਕੇ। ਦੇਖੋ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਕੋਈ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਤਾਂ ਜਦੋਂ ਵਿਅਕਤੀ ਤੁਰਦਾ ਨਾ ਤਾਂ ਉਸ ਦੀਆਂ ਹੱਡੀਆਂ ਕੜਕ ਕਰਨ ਲੱਗ ਜਾਂਦੀਆਂ ਨੇ, ਤਾਂ ਉਹ ਕੈਲਸ਼ੀਅਮ ਦੀ ਘਾਟ ਦੇ ਕਰਕੇ ਹੁੰਦਾ ਹੈਗਾ, ਠੀਕ ਹੈ। ਕੈਲਸੀਫਰੋਲ, ਉਸ ਤੋਂ ਬਾਅਦ ਉਸਨੂੰ ਪੋਸਟ ਡਾਕਟਰ ਦੇ ਵੱਲੋਂ ਇੱਕ ਦਿੱਤੀਆਂ ਜਾਂਦੀਆਂ ਨੇ ਕੈਲਸ਼ੀਅਮ,
ठीक है। बोनस एंड टीथ दोनों प्रभावित होंगे ने। कमज़ोर दंद ते हड्डियां दोनों कमज़ोर हो जाते हैं कैल्शियम तो बिना। तां करके देखो कहा जाता है कि दुੱਧ पीना चाहिए, दुੱਧ ਦੇ ਵਿੱਚ कैल्शियम की मात्रा ज़्यादा होंदी हैगी। ठीक है। उस तो बाद गल करते हैं आपां आयोडीन की। आयोडीन की घाट दे नाल गिल्लड़ हो जाता है। ठीक है। गोइटर कहते हैं इसनूं। गर्दन की ग्रंथि का फुੱਲ जाना, जिहड़ी अपनी गर्दन होंदी है ना, ठीक है, गर्दन देखा होएगा बॉयज़ दे विच गर्दन इत्थों बाहर निकली होंदी है थोड़ी, ठीक है। जो आपां बोलते हैं तो आपां नूं इत्थों एक तरह पता लगदा हैगा। ते उस तो बाद ही गर्दन एक तरह जदों ये प्रॉब्लम होंदी है ना आयोडीन की घाट, तो गर्दन फुੱਲਣ लग जाती है, मोटी होने लग जाती है गर्दन। एक तरह आपां कह सकते हैं कि तुहानूं भरमा जिहा लगदा है कि गर्दन भरमी जी हो रही है, वो आयोडीन की घाट दे नाल ही हुंदा है। ठीक है। बच्चों के मानसिक विकलांगता भी आ सकती हैगी आयोडीन की घाट के नाल। स्वैलिंग ऑफ द नैक ग्लैंड, ठीक है। मैंटल रिट्रेडेशन, मैंटल रिटायर हो सकते हैं बच्चे इस दे नाल। तो उस तो बाद गल कर लेने आयरन की, लोहे की। अनीमिया, ठीक है, अनीमिया की बीमारी होंदी, एक रोग हो जाता है आयरन की घाट के करके। ठीक है। इस दे नाल हुंदा की है, जो आयरन की कमी आ जाए कमज़ोरी ही कमज़ोरी लगन लग जाती है, अपने आप को कमज़ोरी महसूस होंदी हैगी। उस तो बाद देखो आपां सारा कुछ कर लिया, उस तो बाद अपने क्रियावां रह जांदियां ने इस चैप्टर दीयां। क्रियावां दे विच आपां देखा होएगा कि आपां चैक करना होवे अपने भोजन दे विच ये कंपोनेंट हैगा जां नहीं, ये चैक करन दे वास्ते देखो आपां की करांगे। कार्बोहाइड्रेट्स पहलां तां कई तरह के हुंदे ने। ठीक है। कार्बोहाइड्रेट्स कई तरह के हुंदे हन। साडे शरीर विचले मुख कार्बोहाइड्रेट्स, ठीक है, शक्कर ते निशाशता, स्टार्च, स्टार्च के रूप के होंदे ने जिहड़े अपने शरीर के कार्बोहाइड्रेट पाए जाते हैं। ठीक है। जेकर देखो भोजन के विच स्टार्च है तो इसका परीक्षण आसानी के नाल कर सकते हैं आपां। जेकर अपने भोजन के विच स्टार्च हैगा तो आपां आसानी के नाल चैक करके देख सकते हैं कि अपने भोजन के विच कार्बोहाइड्रेट हैगा। स्टार्च नूं चैक करन दा तरीका इस दे विच दस्सिया होएगा। ठीक है। देयर आर मैनी टाइप्स ऑफ कार्बोहाइड्रेट्स। द मेन कार्बोहाइड्रेट्स इन आवर डाइट शुगर एंड स्टार्च आर इन द फॉर्म ऑफ स्टार्च इन फूड। टैसटिंग कैन बी डन ईजीली। देखो इत्थे अपन विधि दसी हैगी परीक्षण कार्बोहाइड्रेट ते। देखो आपां चैक करांगे स्टार्च। ठीक है। स्टार्च नूं चैक करन दी ये प्रोसैस हैगी जिहड़ी आपां ने इत्थे लिखी है। जेकर स्टार्च अपने भोजन दे विच हैगा तां समझ लो कार्बोहाइड्रेट्स भी हैगा। देखो परीक्षण लई भोजन पदार्थ जां कच्ची समग्री की काफ़ी मात्रा लो। ठीक है। भोजन पदार्थ का कुछ आपां लै लांगे समग्री, इस विच पतले आयोडीन के घोल दियां 2 बूंदां 2-3 बूंदां पा लो। ठीक है। पतले आयोडीन दियां। ठीक है। पेपर दे विच आ सकदा है कि किस तरह आपां चैक कर सकते हैं। 2-3 बूंदां लो। भोजन पदार्थ के रंग दे विच परिवर्तन देखो। ठीक है। उसके रंग दे विच की परिवर्तन आएगी कि यह नीला जां काला हो गया। जेकर जिहड़ा भोजन पदार्थ है उसदे विच आयोडीन जो आपां ने पाया तो देखना है कि यह नीला ते काला हो गया। जेकर यह नीला जां काला हो जाता है तो इस दे विच स्टार्च हैगा, तो जेकर स्टार्च हैगा तो कार्बोहाइड्रेट्स भी हैगा। टेक प्लेंटी ऑफ फूड आवर रा मटीरियल टू टेस्ट। टेक 2 to 3 ड्रॉप्स ऑफ आयोडीन सोल्यूशन। ठीक है। चेंजेस इन कलर ऑफ फूड सी। ठीक है। सी चेंजेस इन द कलर ऑफ फूड। ठीक है। हैज़ इट टर्नड ब्लैक और ब्लू। ठीक है। इफ इट इज़ ब्लैक एंड ब्लू दैन आपां इस नूं देख सकते हैं कि यह अपना स्टार्च हैगा अपने फूड दे विच। उस तो बाद आपां चर्बी की चैक करने। चर्बी देखो तुसीं देखा होएगा कि आपां जदों कागज़ हुंदा सीगा, आपां छोटियां क्लासां दे विच हुंदे सी तां आपां सिर दे उत्ते पेज नूं कापी दे नूं घसा लैंदे सीगे तां ਉਹ एक तरह चीकना पेज हो जाता ਸੀਗਾ। ਉਸ ਦੇ ਵਿੱਚ ਦੀ ਆਪਾਂ ਨੂੰ हथ चमकन लग जाता ਸੀਗਾ पेज। वो जो तेल लगता ਸੀਗਾ ਉਹ चर्बी का एक पार्ट ਆਪਾਂ कह सकते हैं। देखो भोजन पदार्थ लो ਅਤੇ ਇਸ ਨੂੰ कागज़ के टुकड़े ਵਿੱਚ लपेट लो। भोजन पदार्थ ਨੂੰ ਲੈਣਾ ਹੈਗਾ ਤੁਸੀਂ ਨੇ ਜਿਹੜੇ ਤੇ ਆਪਾਂ ਚੈੱਕ ਕਰਨੇ ਕਿ ਉਸ ਦੇ ਵਿੱਚ ਚਰਬੀ ਹੈਗੀ ਹੈ ਕਿ ਨਹੀਂ। ठीक है। टुकड़े ਵਿੱਚ ਲਪੇਟ ਲਓ, ਉਸ ਨੂੰ ਫਟਣ ਨਹੀਂ ਦੇਣਾ ਹੈਗਾ। ਤੇ ਹੁਣ कागज़ ਨੂੰ ਸਿੱਧਾ ਕਰਕੇ ਧਿਆਨ ਨਾਲ ਵੇਖੋ। जेकर इस कागज़ नूं सूरज वाल देखण ते तुहानूं तेल दे धब्बे दिखाई दिंदे हन तां भोजन पदार्थ हैगा जिहड़ा उस दे विच चर्बी हैगी है। टेक फूड एंड ट्रैप इन द पीस ऑफ वाटर पेपर एंड नाउ द पेपर स्ट्रेट एंड लुक केयरफुली। इफ यू ऑयल इन टुवार्ड्स द सन दिस फूड हैज़ फैट इन इट।
ਤਾਂ ਇਸ ਦੇ ਵਿੱਚ ਫੈਟ ਹੈਗੀ ਹੈ ਜੇਕਰ ਤੁਸੀਂ ਤੇਲ ਦੇ ਧੱਬੇ ਦੇਖਦੇ ਹੋ ਉਸ ਦੇ ਵਿੱਚ। ਉਸ ਤੋਂ ਬਾਅਦ ਪ੍ਰੋਟੀਨ ਪ੍ਰੀਖਣ, ਠੀਕ ਹੈ। ਲਾਸਟ ਇਹ ਭੋਜਨ ਪਦਾਰਥ ਲਓ ਅਤੇ ਉਸ ਨੂੰ ਪੀਸ ਲਓ, ਗ੍ਰਾਈਂਡ ਕਰ ਲੈਣਾ ਹੈਗਾ ਜਿਹੜਾ ਤੁਸੀਂ ਭੋਜਨ ਪਦਾਰਥ ਲਓਗੇ। ਹੁਣ ਟੈਸਟ ਟਿਊਬ ਦੇ ਵਿੱਚ ਇਸ ਨੂੰ ਪਾ ਦੇਣਾ ਹੈਗਾ, 10 ਬੂੰਦਾਂ ਪਾਣੀ ਪਾਉਣੀਆਂ ਹੈਗਾ ਉਸ ਦੇ ਵਿੱਚ, ਜਿਹੜਾ ਤੁਸੀਂ ਗ੍ਰਾਈਂਡ ਕੀਤਾ ਹੋਏਗਾ ਉਸ ਦਾ ਚੂਰਨ ਬਣਾਇਆ ਹੋਇਆ ਇੱਕ ਤਰ੍ਹਾਂ, ਅਤੇ ਉਸ ਨੂੰ ਹਿਲਾਉਣਾ ਹੈਗਾ ਫਿਰ ਉਸ ਤੋਂ ਬਾਅਦ, ਠੀਕ ਹੈ। ਹੁਣ ਪਰਖਣ ਵਾਲੀ ਵਿੱਚ 2 ਬੂੰਦਾਂ ਕਾਪਰ ਸਲਫੇਟ ਦੇ ਘੋਲ ਦੀਆਂ ਅਤੇ 10 ਬੂੰਦਾਂ ਕਾਸਟਿਕ ਸੋਡੇ ਦੀਆਂ ਪਾਣੀਆਂ ਨੇਗੀਆਂ, ਠੀਕ ਹੈ। ਕੁਝ ਸਮਾਂ ਇਸ ਨੂੰ ਪਏ ਰਹਿਣ ਦੇਣਾ ਹੈਗਾ। ਪਏ ਰਹਿਣ ਦੇਣ ਤੋਂ ਬਾਅਦ ਤੁਸੀਂ ਨੇ ਚੈੱਕ ਕਰਨਾ ਹੈਗਾ ਕਿ ਇਹ ਬੈਂਗਣੀ ਕਲਰ ਦਾ ਹੋ ਗਿਆ। ਜੇਕਰ ਇਹ ਬੈਂਗਣੀ ਕਲਰ ਦਾ ਹੋ ਜਾਂਦਾ ਤਾਂ ਉਸ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਹੈਗੀ ਹੈ ਭੋਜਨ ਪਦਾਰਥ ਦੇ ਵਿੱਚ, ਠੀਕ ਹੈ। ਟੇਕ ਦਾ ਫੂਡ ਐਂਡ ਗ੍ਰਾਈਂਡ ਇਟ, ਨਾਓ ਪੁੱਟ ਇਟ ਇਨ ਟੈਸਟ ਟਿਊਬ। ਟੈਸਟ ਟਿਊਬ ਦੇ ਵਿੱਚ ਇਸ ਨੂੰ ਪਾ ਲੈਣਾ ਹੈਗਾ ਗ੍ਰਾਈਂਡ ਕਰਕੇ, ਠੀਕ ਹੈ। 10 ਡ੍ਰੌਪਸ ਆਫ ਵਾਟਰ, ਠੀਕ ਹੈ, ਐਂਡ ਸ਼ੇਕ ਇਟ। 10 ਬੂੰਦਾਂ ਪਾਣੀ ਦੀਆਂ ਪਾਉਣ ਤੋਂ ਬਾਅਦ ਇਸ ਨੂੰ ਹਿਲਾਉਣਾ ਹੈਗਾ। ਨਾਓ ਐਡ 2 ਡ੍ਰੌਪਸ ਆਫ ਕਾਪਰ ਸਲਫੇਟ ਸੋਲਿਊਸ਼ਨ ਐਂਡ 10 ਡ੍ਰੌਪਸ ਆਫ ਕੌਸਟਿਕ, ਠੀਕ ਹੈ। ਕੌਸਟਿਕ ਪਾਉਣਾ ਹੈਗਾ ਟੈਸਟ ਟਿਊਬ ਦੇ ਵਿੱਚ ਐਂਡ ਐਡ ਸੋਡਾ। ਇਫ ਇਟ ਟਰਨਸ ਪਰਪਲ, ਜੇਕਰ ਇਹ ਪਰਪਲ ਕਲਰ ਦਾ ਹੋ ਜਾਂਦਾ ਹੈਗਾ ਤਾਂ ਇਸ ਦੇ ਵਿੱਚ ਪ੍ਰੋਟੀਨ ਹੈਗੀ। ਤਾਂ ਦੇਖੋ ਇਹ ਸੀਗੀ ਆਪਣਾ ਅੱਜ ਦੀ ਕਲਾਸ ਆ, ਦੂਜਾ ਪਾਰਟ ਸੀਗਾ 6ਵੀਂ ਕਲਾਸ ਦਾ। ਤੁਹਾਨੂੰ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੀ ਕਲਾਸ ਤੀਜਾ ਪਾਠ ਆਪਾਂ 6ਵੀਂ ਕਲਾਸ ਦਾ ਲੈ ਕੇ ਹਾਜ਼ਰ ਹੋਵਾਂਗੇ, ਜਲਦੀ ਤੁਹਾਨੂੰ ਮਿਲਾਂਗੇ। ਤਾਂ ਇਹ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਹੈਗਾ ਤੁਸੀਂ ਨੇ। ਅਤੇ ਅਗਲਾ ਪਾਠ ਦੇਖਣ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਜਿਹੜਾ ਬੈਲ ਆਈਕਨ ਬਣਿਆ ਹੁੰਦਾ ਹੈਗਾ ਉਸ ਨੂੰ ਪ੍ਰੈਸ ਕਰਨਾ ਹੈਗਾ ਅਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਹੈਗਾ। ਹੁਣ ਤੱਕ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।